वाहिगुरू साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आदि सच जुगादि सच है भी सच नानक होसी भी सच। हम संतन की रैन प्यारे हम संतन की शरणा। संत हमारी ओट सताणी संत हमारा गहना। हम संतन स्यो बण आई पूर्व लिखिया पाई। यह मन तेरा भाई रहा। संतन स्यो मेरी लेवा देवी संतन स्यो व्यवहारा। संतन स्यो हम लाहा खाटिया हर भगत भरे भंडारा। संतन मौका पूंजी सौंपी तो उतरिया मन का धोखा। धर्म राय अब कहाँ करे गो जो फाटियो सगलो लेखा। महानंद भया सुख पाया संतन कै प्रसादे। कहो नानक हर स्यो मन मानिया रंग रते दसमादे। जिन्ना न विसरै नाम से कनेहया भेद न जानो मूल साईं देहया। जिन्ना सास दुरासन विसुरै हर नामा मन मंत। धन से सही नानका पूर्ण सोई संत। कहाँ बहुत प्रभ खुश हमारी बन सकै महिमा जो तिहारी। हम ना सत्य कर सिर्फ तुम्हारी आप लो तुम कथा सुधारी। हम ना सत्य कर सिर्फ तुम्हारी आप लो तुम कथा सुधारी। ओंकार सतगुर प्रसाद। कोई जाना कवन इहा जग मीत। जिस होए कृपाल सोई बिल बूझा ताकि निर्मल रीत। कोई जाना कवन इहा जग मीत। जिस होए कृपाल सोई बिल बूझा ताकि निर्मल रीत। वाहिगुरू जी का खालसा वाहिगुरू जी की फतेह। पद पावन भगत रसूल कृपा निधान मेहरा ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੁਗੋ ਜੋਗਾ ਟਾਲੇ ਚਾਵਰ ਛਤਰ ਤਖਤ ਦੇ ਮਾਲਕ ਮੇਹਰਾ ਦੇ ਸਾਈਂ ਕਰਨਾ ਦਾ ਅੰਤਰਗਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੀ ਗੁਰੂ ਖਾਲਸਾ ਸਾਹਿਬ ਸੁਣਦੇ ਜੀ। ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ जो आप सारिया संगतां दे उद्यम ते सहयोग के नाल गुरुद्वारा बाबा मखन शाह जी दबाणा सिख सेंटर बोरगो समझाखों विखे पंथ की माया नाल हस्ती संत ज्ञानी करतार सिंह जी खालसा महापुरुष तत्व ते दमदमी टकसाल के 13वें मुखी उन्हां दी सालाना याद अते पंथ के समूह शहीदां नूं याद करदिआं होइआं जो हफ्ता भर वास्ते गुरमत समागमां की लड़ी प्रारंभ की सी उन्हां दा सत्संग भी अज ये संपूर्णता वाला दिन है। महाराज सच्चे पातशाह जी की अपार कृपालता का सदका श्री अखंड पाठ साहब प्रारंभ हुए सन। 25 ਸਿੰਘਾਂ की सेवा ला करके समेत जपजी साहब के पाठों की संपूर्णता हुई। जो
ਅਰਦਾਸ ਤੋਂ ਉਪਰੰਤ ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕੀਤੀ ਹੈ। ਜਿਵੇਂ ਹੁਕਮ ਹੋਇਆ ਕੁਝ ਕੁ ਸਮੇਂ ਵਾਸਤੇ ਆਏ ਹੋਏ ਸ੍ਰੀ ਮੁਖ ਵਾਕ ਦੀ ਵਿਚਾਰ। ਫਿਰ ਅੱਜ ਸੰਗਰਾਂਦ ਦਾ ਦਿਨ ਹੈ, ਦੇਸੀ ਮਹੀਨੇ ਦੀ ਪ੍ਰਾਰੰਭਤਾ ਹੋਈ, ਭਾਦਰੋਂ ਦੀ ਸੰਗਰਾਂਦ ਅੱਜ ਸਾਧ ਸੰਗਤ ਜੀ ਹੈ। ਆਪ ਸਾਰੀਆਂ ਸੰਗਤਾਂ ਨੇ 12 ਮਾਹ ਦੇ ਪਾਠ ਅਤੇ ਪੰਜਵੇਂ ਪਾਤਸ਼ਾਹ ਜੀ ਤੋਂ ਉਚਾਰਨ ਕੀਤੀ ਹੋਈ ਇਸ ਪੌੜੀ ਦੇ ਪਾਠ ਸਰਵਣ ਕੀਤੇ ਹਨ। ਕੁਝ ਕੁ ਸਮੇਂ ਵਾਸਤੇ ਆਪਾਂ ਉਹ ਵਿਚਾਰਾਂ ਤੇ ਬਾਕੀ ਸੰਤਾਂ ਮਹਾਂਪੁਰਸ਼ਾਂ ਦਾ ਜੀਵਨ, ਸ਼ਹੀਦਾਂ ਨੂੰ ਯਾਦ ਕਰਨਾ ਹੈ। ਇੱਕ ਦੋ ਕੁ ਬੇਨਤੀਆਂ ਤੁਹਾਡੇ ਚਰਨਾਂ 'ਚ ਨੇ। ਪਹਿਲਾਂ ਜਿਵੇਂ ਗੁਰਮੁਖਾਂ ਨੇ ਬੇਨਤੀ ਕੀਤੀ ਆ, ਸੰਗਤ ਬਹੁਤ ਜ਼ਿਆਦਾ ਸਾਧ ਸੰਗਤ ਜੀ, ਲੰਗਰ ਵਿੱਚ ਵੀ ਥੱਲੇ ਜਗ੍ਹਾ ਨਹੀਂ, ਪਰ ਜਿਹੜੇ ਗੁਰਮੁਖ ਪਿਆਰੇ ਮੱਥਾ ਟੇਕਣ ਆ ਰਹੇ ਨੇ ਇੰਨੀ ਵੱਡੀ ਗਿਣਤੀ ਵਿੱਚ, ਆਪਾਂ ਯਤਨ ਕਰੀਏ ਜਿੰਨੇ ਕੁ ਬੈਠ ਸਕਦੇ ਨੇ ਦਰਬਾਰ ਹਾਲ ਵਿੱਚ ਉਹਨਿਆਂ ਕੁ ਨੂੰ ਜ਼ਰੂਰ ਬੈਠਣ ਦੀ ਜਗ੍ਹਾ ਦੇਈਏ। ਉਧਰ ਬੀਬੀਆਂ ਦੇ ਚਰਨਾਂ 'ਚ ਵੀ ਬੇਨਤੀ ਹੈ, ਔਰ ਇੱਧਰ ਗੁਰਮੁਖਾਂ ਦੇ ਤੁਹਾਡੇ ਵੀ ਥੋੜ੍ਹਾ ਥੋੜ੍ਹਾ ਅੱਗੇ ਜੇ ਹੋ ਸਕਦੇ ਆ, ਜਿੰਨਾ ਕੁ ਹੋਰ ਹੋ ਸਕਦੇ ਹੋਰ ਅੱਗੇ ਆ ਜਾਓ। ਪਿੱਛੇ ਹੋਰ ਗੁਰਮੁਖ ਪਿਆਰੇ ਬੈਠ ਜਾਣਗੇ, ਕਰੋ ਇੱਕ ਵਾਰੀ ਉਦਮ ਹੋਰ, ਥੋੜ੍ਹਾ ਥੋੜ੍ਹਾ ਅੱਗੇ ਆ ਜਾਓ। ਸਾਰੇ ਗੁਰਮੁਖ ਪਿਆਰੇ, ਮੱਥਾ ਟੇਕਣ ਵਾਲੀ ਸੰਗਤ ਜਿੰਨੀ ਬੈਠ ਸਕੇਗੀ ਉਨੀ ਕੁ ਦੀਵਾਨ ਹਾਲ ਵਿੱਚ ਬੈਠੇਗੀ। ਬਾਕੀ ਫਿਰ ਸਾਧ ਸੰਗਤ ਜੀ ਥੱਲੇ ਲੰਗਰ ਵਿੱਚ ਬੈਠੇ ਨੇ ਗੁਰਮੁਖ ਪਿਆਰੇ, ਸੋ ਕਰੋ ਉਦਮ। ਆਪਾਂ ਬਾਕੀ ਵੀ ਸਾਰੇ ਗੁਰਮੁਖਾਂ ਨੂੰ ਜਿੰਨਿਆਂ ਨੂੰ ਬਿਠਾ ਸਕਦੇ ਹਾਂ ਜ਼ਰੂਰ ਬਿਠਾਈਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਐਸੇ ਸਮਾਗਮ ਜਿਹੜੇ ਸਾਧ ਸੰਗਤ ਜੀ ਉਹ ਰੱਖੇ ਜਾਂਦੇ ਨੇ, ਤੇ ਆਪ ਗੁਰੂ ਸਾਹਿਬ ਜੀ ਵਿੱਚ ਵਰਤਣ ਤਾਂ ਹੀ ਉਹਨਾਂ ਦੀ ਸੰਪੂਰਨਤਾ ਹੁੰਦੀ ਹੈ। ਇਹਨਾਂ ਸਮਾਗਮਾਂ ਦਾ ਮੁੱਖ ਮਨੋਰਥ ਹੁੰਦਾ ਹੈ ਕਿ ਜੋ ਉਪਦੇਸ਼ ਗੁਰੂ ਸਾਹਿਬ ਜੀ ਨੇ ਸਾਨੂੰ ਸਾਧ ਸੰਗਤ ਜੀ 239 ਸਾਲ ਦੇ ਸਮੇਂ ਵਿੱਚ ਦਿੱਤਾ, ਉਸ ਉਪਦੇਸ਼ ਨੂੰ ਪ੍ਰਚਾਰਕ ਬਣ ਕੇ ਜਿਨ੍ਹਾਂ ਮਹਾਂਪੁਰਸ਼ਾਂ ਨੇ, ਬ੍ਰਹਮ ਗਿਆਨੀਆਂ ਨੇ, ਸੰਤਾਂ ਨੇ, ਗੁਰਮੁਖਾਂ ਨੇ ਅੱਗੇ ਸਾਧ ਸੰਗਤ ਜੀ ਸਿੱਖ ਸੰਗਤਾਂ ਦੇ ਘਰ ਘਰ ਤੱਕ ਪਹੁੰਚਾਇਆ, ਉਸ ਤਰੀਕੇ ਨੂੰ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਉਪਦੇਸ਼ ਨੂੰ ਆਪਾਂ ਚੇਤੇ ਕਰ ਸਕੀਏ। ਇਹਨਾਂ ਸਮਾਗਮਾਂ ਦਾ ਮੁੱਖ ਮਨੋਰਥ ਇਹ ਹੀ ਹੁੰਦਾ ਹੈ, ਆਪਾਂ ਪਰਮਕਾਰ ਮਹਾਰਾਜ ਜੀ ਦੇ ਚੇਤੇ ਕਰਾਂਗੇ, ਉਹਨਾਂ ਗੁਰਮੁਖਾਂ ਦਾ ਜੀਵਨ ਸਾਧ ਸੰਗਤ ਜੀ ਥੋੜ੍ਹਾ ਜਿਹਾ ਅੱਖਾਂ ਤੋਂ ਦੀ ਲੰਘਾਵਾਂਗੇ ਜਿਨ੍ਹਾਂ ਨੇ ਤਾਂ ਜ਼ਿੰਦਗੀ ਗੁਰਮਤਿ ਦਾ ਪ੍ਰਚਾਰ ਕੀਤਾ ਔਰ ਆਪ ਗੁਰਮਤਿ ਦੀ ਸਾਧ ਸੰਗਤ ਜੀ ਕਮਾਈ ਕਰਕੇ ਫਿਰ ਉਹ ਸੋਝੀ ਸੰਗਤਾਂ ਨੂੰ ਜੀਵਨ ਕਮਾਉਣ ਵਾਸਤੇ ਅੱਗੇ ਵੰਡੀ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ ਜਿਨ੍ਹਾਂ ਦੀ ਬਰਸੀ, ਜਿਨ੍ਹਾਂ ਨੇ ਅੱਜ ਦੇ ਦਿਨ ਭਾਦਰੋਂ ਦੀ ਸੰਗਰਾਂਦ ਵਾਲੇ ਦਿਨ ਸਾਧ ਸੰਗਤ ਜੀ ਸੱਚਖੰਡ ਪਿਆਨਾ ਕੀਤਾ ਸੀ। 3 ਅਗਸਤ 1977 ਨੂੰ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਮਲਸੀਆਂ ਤੋਂ ਸੋਲਨ ਨੂੰ ਜਾਂਦਿਆਂ। ਲੁਧਿਆਣੇ ਕੋਲੇ ਸਾਧ ਸੰਗਤ ਜੀ ਪਿੰਡ ਹੈ ਹਸੈਨਪੁਰਾ, ਜੇ ਸਾਡੇ ਤੇ ਮਹਾਂਪੁਰਸ਼ਾਂ ਦੀ ਕਾਰ ਜਿਹੜੀ ਉਹ ਟਾਹਲੀ ਵਿੱਚ ਵੱਜ ਗਈ ਸੀ ਸਕਿਡ ਕਰਕੇ, ਸਰੀਰ ਜ਼ਖਮੀ ਹੋ ਗਿਆ ਸੀ ਸਾਰਾ। CMC ਉਹਨਾਂ ਨੂੰ ਦਾਖਲ ਕਰਵਾਇਆ ਗਿਆ, ਕੁਝ ਕੁ ਦਿਨ ਉਹ ਹਸਪੀਟਲ ਵਿੱਚ ਰਹੇ, ਤੇ ਅੱਜ ਦੇ ਦਿਨ ਉਵੇਂ 16 ਅਗਸਤ 1977 ਤੇ ਭਾਦਰੋਂ ਦੀ ਸੰਗਰਾਂਦ ਦਾ ਦਿਹਾੜਾ ਸੀ ਜਦ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸੱਚਖੰਡ ਸਾਧ ਸੰਗਤ ਜੀ ਪਿਆਨਾ ਕਰ ਗਏ। ਤੇ 2 ਭਾਦਰੋਂ ਵਾਲੇ ਦਿਨ ਉਹਨਾਂ ਦਾ ਪਿੰਡ ਮਹਿਤਾ ਚੌਂਕ, ਜਿੱਥੇ ਦਮਦਮੀ ਟਕਸਾਲ ਦਾ ਹੈੱਡਕੁਆਟਰ ਹੈ, ਉੱਥੇ ਸਾਧ ਸੰਗਤ ਜੀ ਅੰਤਮ ਸੰਸਕਾਰ ਕੀਤਾ ਗਿਆ ਸੀ। ਉਹਨਾਂ ਦੀ ਯਾਦ ਅੱਜ ਆਪਾਂ ਮਨਾ ਰਹੇ ਹਾਂ। ਉਹਨਾਂ ਮਹਾਂਪੁਰਸ਼ਾਂ ਦਾ ਜਨਮ ਪਿੰਡ ਭੂਰੇ ਕੋਨੇ, ਜਿਹੜਾ ਉਸ ਵੇਲੇ ਕਸੂਰ ਤਹਿਸੀਲ ਵਿੱਚ ਪੈਂਦਾ ਸੀ ਤੇ ਜ਼ਿਲ੍ਹਾ ਲਾਹੌਰ ਸੀ। ਅੱਜ ਕੱਲ੍ਹ ਸਾਧ ਸੰਗਤ ਜੀ ਹੁਣ ਉਹ ਤਰਨਤਾਰਨ ਵਿੱਚ ਪੈਂਦਾ ਹੈ। ਉੱਥੇ ਬਾਬਾ ਝੰਡਾ ਸਿੰਘ ਜੀ ਤੇ ਮਾਤਾ ਲਾਭ ਕੌਰ ਦੇ ਘਰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਜਨਮ ਹੋਇਆ। 18 ਸਾਲ ਦੀ ਉਮਰ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੀ ਸੰਗਤ ਉਹਨਾਂ ਨੂੰ ਸਾਧ ਸੰਗਤ ਜੀ ਪ੍ਰਾਪਤ ਹੋਈ ਸੀ। 1950 ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਆਨੰਦ ਕਾਰਜ ਹੋਇਆ। 2 ਭੁਜੰਗੀ ਉਹਨਾਂ ਦੇ ਘਰੇ ਹੋਏ। ਸ਼ਹੀਦ ਭਾਈ ਅਮਰੀਕ ਸਿੰਘ ਜੀ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਧ ਸੰਗਤ ਜੀ ਪ੍ਰੈਜ਼ੀਡੈਂਟ ਸਨ, ਤੇ ਦੂਸਰੇ ਭਾਈ ਮਨਜੀਤ ਸਿੰਘ ਜੀ, ਇਹ 2 ਸਪੁੱਤਰ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਘਰੇ ਸਾਧ ਸੰਗਤ ਜੀ ਜਨਮੇ, ਜਿਨ੍ਹਾਂ ਵਿੱਚੋਂ ਵੱਡੇ ਭਾਈ ਅਮਰੀਕ ਸਿੰਘ ਜੀ ਸਾਧ ਸੰਗਤ ਜੀ 1984 ਵੇਲੇ ਉਹ ਸ਼ਹੀਦੀ ਪਾ ਗਏ ਨੇ। ਇਹ ਵੀ ਮਾਣ ਸੰਤਾਂ ਨੂੰ ਸਾਧ ਸੰਗਤ ਜੀ ਬਾਣਾ ਆਉਂਦਾ, ਕਿਉਂਕਿ ਉਹਨਾਂ ਨੇ ਆਖਿਆ ਸੀ, ਕਿਸੇ ਵੇਲੇ ਵਚਨ ਕੀਤੇ ਸਨ ਕਿ ਕਲਗੀਧਰ ਪਾਤਸ਼ਾਹ ਜੀ ਨੇ 4 ਪੁੱਤਰ ਪੰਥ ਤੋਂ ਵਾਰ ਦਿੱਤੇ, ਮਹਾਰਾਜ ਕਿਰਪਾ ਕਰਨ ਉਹਨਾਂ ਨੇ ਸਾਨੂੰ 2 ਬਖਸ਼ਿਆ ਤੇ ਇੱਕ ਮੇਰਾ ਵੀ ਲੀਖੇ ਵਿੱਚ ਲੱਗ ਜਾਵੇ। ਆਪਣੇ ਵਿਚਾਰ ਕਰਦਿਆਂ ਘਰ ਸਾਧ ਸੰਗਤ ਸੰਤਾਂ ਨੇ ਵਚਨ ਕੀਤੇ ਸਨ ਤੇ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਦੀ ਉਹ ਵੀ ਇੱਛਾ ਪ੍ਰਵਾਨ ਕੀਤੀ। ਭਾਈ ਅਮਰੀਕ ਸਿੰਘ ਜੀ ਨੇ ਸਾਧ ਸੰਗਤ ਦੀ ਚੜ੍ਹਦੀ ਕਲਾ ਨਾਲ ਸ਼ਹੀਦੀ ਪ੍ਰਾਪਤ ਕੀਤੀ। ਕੁਝ ਕੁ ਸਮਾਂ ਆਪਣੇ ਪਿਤਾ ਜੀ ਦਾ ਹੁਕਮ ਮੰਨ ਕੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਪਟਵਾਰ ਦੀ ਨੌਕਰੀ ਕੀਤੀ, ਪਟਵਾਰੀ ਲੱਗੇ ਰਹੇ ਉਹ। 1957 ਵਿੱਚ ਸਾਧ ਸੰਗਤ ਜੀ ਫਿਰ ਉਹਨਾਂ ਨੇ ਉਹ ਨੌਕਰੀ ਛੱਡ ਦਿੱਤੀ ਤੇ ਪੱਕੇ ਤੌਰ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਨਾਲ ਜਥੇ ਵਿੱਚ ਆ ਕੇ ਉਹਨਾਂ ਦੇ ਗੜਵਈ ਬਣੇ। ਬਹੁਤ ਨੇੜੇ ਰਹਿ ਕੇ ਮਹਾਂਪੁਰਸ਼ਾਂ ਦੀਆਂ ਸਾਧ ਸੰਗਤ ਜੀ ਅਸੀਸਾਂ ਪ੍ਰਾਪਤ ਕੀਤੀਆਂ, ਉਹਨਾਂ ਦੀ ਸੇਵਾ ਕੀਤੀ। ਸੇਵਾ ਵਿੱਚ ਮੁੱਖ ਕੰਮ ਸੀ ਸਵੇਰੇ ਅੰਮ੍ਰਿਤ ਵੇਲੇ ਜਾ ਕੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੂੰ ਇਸ਼ਨਾਨ ਤੋਂ ਬਾਅਦ 5 ਬਾਣੀਆਂ ਦਾ ਨਿਤਨੇਮ, 5 ਗ੍ਰੰਥੀ, ਜੈਸਰੀ ਦੀ ਵਾਰ, ਇਸੇ ਤਰ੍ਹਾਂ 25 ਪੱਤਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੋਨੋਂ 12ਵਾਂ
ये रोज़ संत ज्ञानी करतार सिंह जी खालसा संत बाबा गुरबचन सिंह जी को सुनाया करते सन। फिर जिस वेले 1969 संत ज्ञानी गुरबचन सिंह जी खालसा जी का सचखंड जाने का समा आया, साध संगत जी ਉਹਦੇ ਤੋਂ 2.5 ਸਾਲ ਪਹਿਲਾਂ संत बाबा गुरबचन सिंह जी खालसा जी ने पटना साहब तख्त साहब के उत्ते 10वें पातशाह जी के अवतार दिहाड़े ते कथा करदਿਆਂ ਹੋਇਆ संत ज्ञानी करतार सिंह जी खालसा जी को टकसाल की जिम्मेवारी दे दी सी। उदों ही उतों साध संगत जी एक वो बाग मंगा के ਉਹਦੇ ਉੱਤੇ ਉੱਥੋਂ ਹੀ ਗੁਰਦੁਆਰੇ ਦੇ ਵਿਹੜੇ ਵਿੱਚੋਂ ਸਰੋਂ ਦੇ ਫੁੱਲ ਤੋੜ ਕੇ ਉਹਦੇ ਉੱਪਰ ਰੱਖ ਕੇ ਤੇ ਉਹਨਾਂ ਦੇ ਸਾਧ ਸੰਗਤ ਜੀ ਸੀਸ ਤੇ ਰੱਖ ਕੇ ਆਖਿਆ ਸੀ ਕਿ ਜੋ ਅੱਖਰ ਅਸੀਂ संत ज्ञानी सुंदर सिंह जी खालसा जी तो प्राप्त किए तो संगतां की सेवा की, वो सारा कुछ असीं हुण ये भचंगी करतार सिंह की झोली में पाउने आ ते इन्हां नूं ये कहने आ भी हुण तुसीं निरोल संगत दे जे, संगत विच विचर के जो अखर तुसां सिखे ते पढ़े ने संगत के भले वास्ते तुसां हुण इन्हां दा प्रचार करना। 2.5 साल संत बाबा गुरबचन सिंह जी खालसा शरीर करके इस दस्तारबंदी वाली रस्म तो बाद रहे। फिर अखीर साध संगत जी उन्होंने 1970 में सचखंड प्याना किया तो जिम्मेवारी संत बाबा करतार सिंह जी खालसा जी को दी गई दम दे साल की। बहुत घट समा भावें उन्होंने प्रचार करने का मिलिया। 8 साल 1969 तो लैके 1977 तक साध संगत संत बाबा करतार सिंह जी ने गुरमत का प्रचार किया, पर एक बार प्रचार की हनेरी लिया दी सी महापुरुषों ने। जिन्होंने गुरमुखा ने साध संगत जी वो आनंद माणिया, वो दर्शन किए ने उन्होंने, उन्होंने पता सी सब तो वध जिहड़ा प्रचार होया साध संगत जी वो होया सी 9वें पातशाह जी की शहीदी के संबंध में, जिहड़े एमरजेंसी लगी तो 37 नगर कीर्तन महापुरुषों ने कढ़े सन। 100 मील तक की लंबाई नगर कीर्तनों की हो जाती रही तो 60 पिंडां तो लैके 70 पिंडां तक साध संगत जी नगर कीर्तन एक दिन में लंघदा सी। अमृत वेले तो लैके रात के 10 बजे तक भी कई बार चलती सी लड़ी। तो जिथे संगतां दा इकट्ठ मिलता सी उत्थे ही महाराज की ताबिया में ही साध संगत बैठे हुए महापुरुष 10-5 मिनट गुरमत का प्रचार करते सन, फिर अगले पड़ाव से फिर अगले पड़ाव से बहुत ज़्यादा हलारा उस वेले संगत नूं साध संगत जी मिलिया सी। एक झंडे थले सारी संगत इकट्ठी हुई क्योंकि निरंकारियों का उदों बड़ा भारी जोर से पिंडां में साध संगत जी आण पहुंचे सन तो उन्होंने अपने मत का प्रचार शुरू किया। उवें कोई अपने मत का प्रचार करे किसी को कोई एतराज़ नहीं, जिन्ना मर्जी कर सकता, पर जो कोई गुरु साहब के साध संगत जी हल्ला करता जो महाराज जी की शान के खिलाफ बोले तो फिर जोड़े गुरसिख ने वो इस गल में जानते हैं। विशेष करके संत बाबा करतार सिंह जी खालसा जी जो ये पता लगता सी ना भी गुरु ग्रंथ साहब महाराज के सत्कार के विरुद्ध कोई बोलिया तो फिर साध संगत जी बहुत वीर रस में आते सन। वो कहते सन साढ़े जिउंदियां साढ़े होंदियां महाराज जी की शान के खिलाफ कोई बोले ये असीं बर्दाश्त नहीं कर सकते। उवें भी आप संत बाबा जरनैल सिंह जी के वचन सुने हैं। वो कहते मैनू संत बाबा करतार सिंह जी ने आख्या सी जरनैल सिंह जे गुरमत का प्रचार करना तो सिर तली ते रख के करना पैना, जान बचा के गुरमत का प्रचार नहीं हो सकता। ये मता समझना भी मेरा सिर बोल के प्रचार करता, ये समझना भी सिर मैं खब्बी तली ते रखिया तो धड़ बोल के प्रचार करता पाया। संत बाबा जरनैल सिंह जी के वचन ने रिकॉर्ड होए। वो कहते सानू संत बाबा करतार सिंह जी ने वचन किया सी गुरमत का प्रचार करना तो फिर जान की परवाह नहीं करनी, तां ही प्रचार हो सकता। नहीं तो जिन्ने के लोग सिख पंथ के पिछे पए ने कभी ना साध संगत जी प्रचार होने देंगे। इसे गल मुख रख के संत बाबा करतार सिंह जी ने धुआंधार प्रचार किया। साध संगत जी निरंकारियों का भी मुकाबला पूरा किया तो सिखां के घर में सिखी तो गुरु साहब जी का साध संगत जी जो उपदेश से वो भी पूरा पहुँचाया। 7 दसंबर 1975 जो एमरजेंसी लाई सी इंदिरा गांधी ने, उन्होंने 37 नगर कीर्तनों की लड़ी में साध संगत जी एक नगर कीर्तन 9वें पातशाह जी की शहीदी के संबंध में दिल्ली में कढ़िया सी महापुरुषों ने। तो रामलीला ग्राउंड में 22 लाख का इकट्ठ सी उस दिन, 22 लाख का। सब साध संगत जी दिल्ली के लागे लागे के पिंडों के सिख उत्थे वहीरा घत के पहुंचे सन। जो संगत बैठी सी सारे सिख आनंद माण रहे सन तो वो प्रधानमंत्री साध संगत जी चल के दीवान में पहुंची क्योंकि उतों के लीडर ने सदा दिता सी उन्होंने। जो चल के आई संत बाबा करतार सिंह जी तो बिना सारे ने उठ के स्वागत किया। जो संत बाबा करतार सिंह जी की वारी आई प्रचार करते उन्हें फतेह बुला के आख्या सी भाई ये गुरु साहब जी की तुसां नरादरी की है, जिन्ना वड्डा इकट्ठ देख के साडे मन में खुशी हुई सी उन्हें साडे मन में दुख लगा है कि किसी भी दुनियावी बंदे दे किसी दुनियावी हस्ती दे महाराज जी की हजूरी में आउण तो जो उठ के आप सत्कार करांगे तो गुरु साहब जी का नरादर है। कोई ब्रह्म ज्ञानी भी क्यों ना आता हो महाराज की हजूरी च साध संगत जी तो भी उठ के सत्कार नहीं किया जाता, जकारा छड्ड दईदा, वो सारा कुछ आ जाता। तो चापलूसा ने साध संगत जो आन के बैठी स्टेज पर बड़ा खुशामद की सी। इत्थों तक उन्होंने आख दिता भाई अज असीं देखो भाई
दिल्ली का तख्त जिहड़ा अज नमस्कार करने वास्ते आया, जदों उहदी वारी उन्हें भी आख्या सी, उन्हें कहा मैनूं खुशी हो रही है अज नवें पातशाह जी के शहीदी पुरब ते नमस्कार करके, क्योंकि इस दिल्ली के तख्त तो ही महाराज नवें पातशाह जी की शहीदी का फरमान जारी होया सी। इसे दिल्ली के तख्त तो सिखां का 100 सिखां का रोज़ रोज़ हुक्मनामे जारी करके कतल किया जाता रहा। जिथों सिखां का खुरा खोज मकाउण दे हुक्मनामे निकलते सन, उन्हें आख्या अज वो तख्त नवें पातशाह जी को मत्था टेकण वास्ते आप चल के आया, तो संतां ने आख्या फिर की सहन किया भाई, जे दिल्ली का तख्त नवें पातशाह जी ने चल के नमस्कार करने वास्ते आया तां की आसान किया। उन्होंने आख्या बीबी सानू दसे भाई जे नवें पातशाह शहीदी ना देंदे तख्त उत्ते बहिंदी, ये शरीर उत्ते भी बुरका ही होना सी, लाल किले ते हैदरी झंडा झुलदा हुंदा जे नवें पातशाह शहीदी ना देंदे ते। उन्हें कहा जिन्हें दे शरीर उपर रोम ने इन्नी वार सिर वढ़ के नवें पातशाह जी के चरणों में रख दे तां देण नहीं दे सकते नवें पातशाह जी का। तो जे चल के दिल्ली का तख्त आया तां की होया, तख्त दबाया ही नवें पातशाह जी ने, इस करके कोई आसान नहीं किया। 7 अक्तूबर 1976 ਨੂੰ ਬੀੜ ਬਾਬਾ ਬੁੱਢਾ ਸਾਹਿਬ ਵਿਖੇ 2.5 ਲੱਖ ਦੇ ਇਕੱਠ ਵਿੱਚ ਸਾਧ ਸੰਗੀ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਨਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਸੁਣਾਈ ਸੀ। 7 ਅਕਤੂਬਰ 1976 ਵਿੱਚ ਜਦ ਨਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਉਹਨਾਂ ਨੇ ਸਾਧ ਸੰਗਤ ਜੀ ਨੇ ਬਰਾਗ ਵਿੱਚ ਆਣ ਕੇ ਉਹਨਾਂ ਨੇ ਪ੍ਰਸੰਗ ਸੁਣਾਇਆ, ਤੇ ਫਿਰ ਉਹਨਾਂ ਨੇ ਆਖਿਆ ਗੁਰਮੁਖੋ ਆਪਾਂ ਭੁੱਲ ਚੁੱਕੇ ਮਹਾਰਾਜ ਦੇ ਉਪਦੇਸ਼ ਨੂੰ, ਕਿੱਥੇ ਚਲੀ ਗਈ ਸਾਡੇ ਘਰਾਂ ਵਿੱਚੋਂ ਸਿੱਖੀ, ਕਿੱਥੇ ਖੰਭ ਲਾ ਕੇ ਉੱਡ ਗਿਆ ਸਿੱਖੀ ਦਾ ਪਿਆਰ, ਆਪਾਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਭੁੱਲ ਗਏ, ਆਪਾਂ ਗੁਰੂ ਸਾਹਿਬ ਜੀ ਦੇ ਸਾਰੇ ਸਰਬੰਸ ਦੀ ਦਿੱਤੀ ਕੁਰਬਾਨੀ ਵਿਸਾਰ ਦਿੱਤੀ। ਇਹਨੇ ਬਰਾਗ ਵਿੱਚ ਸਾਧ ਸੰਗਤ ਜੀ ਉਹਨਾਂ ਨੇ ਕੀਤਾ 5000 ਮੌਕੇ ਤੇ ਖੜੇ ਹੋ ਕੇ ਆਖਿਆ ਸੀ ਅੱਜ ਤੋਂ ਬਾਅਦ ਅਸੀਂ ਕੇਸ ਨਹੀਂ ਕਤਲ ਕਰਾਵਾਂਗੇ, ਅੱਜ ਤੋਂ ਬਾਅਦ ਅਸੀਂ ਸ਼ਰਾਬ ਨੂੰ ਨਹੀਂ ਲਾਵਾਂਗੇ। 5000 ਬੰਦੇ ਨੇ 7 ਅਕਤੂਬਰ 1976 ਨੂੰ ਸਾਧ ਸੰਗਤ ਜੀ ਬੀੜ ਬਾਬਾ ਬੁੱਢਾ ਸਾਹਿਬ ਨੇ ਪ੍ਰਣ ਕੀਤਾ ਸੀ ਉੱਠ ਕੇ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਸਾਧ ਸੰਗਤ ਜੀ ਬਹੁਤ ਪ੍ਰਚਾਰ ਕੀਤਾ, ਬਹੁਤ ਪ੍ਰਚਾਰ। ਉਸੇ ਲੜੀ ਦੌਰਾਨ एक नगर कीर्तन उन्होंने गुरदासपुर कढ़ने का मन बनाया सी, क्योंकि गुरदासपुर का DC निरंकारी सी, बड़ी खार खांदा सी सिखां नाल। इस गल तो भी बड़ा चिड़ विच सी भी एमरजेंसी लगी तो जब हुक्म है 4 बंदे इकट्ठे नहीं हो सकते, ये लखां का इकट्ठ करते तो जान के करते हैं, क्योंकि उन्होंने पता सी भाई सिक्खी का प्रचार धुआंधार हो रहा है, तो सिख जिहड़े ने एक झंडे थले नामबाद हो रहे हैं, सिक्खी की अणख जाग रही सी लोगों के मन अंदर। इस गल तो निरंकारी परेशान सन। उन्होंने जो पता लगा कि गुरदासपुर शहर च नगर कीर्तन की तैयारी की है, उन्हें अपने साध संगत जी कलिंदा भेजा, संत ज्ञानी करतार सिंह जी वाले एक चिट्ठी भेजी भाई कल 9 बजे तक जरनैली सड़क तुसां खाली कर देनी है, क्योंकि 2 कैबिनेट मंत्रियों ने लंघना, इस करके तुहाडा नगर कीर्तन जिहड़ा 9 बजे तो पहला गुजर जाना चाहिए इत्थों GT रोड तो। संत ज्ञानी करतार सिंह जी ने उस बंदे हथ साध संगत जी वापस चिट्ठी ते सुनेहा भेजा भाई उन्होंने DC में जाके आख दिया जे नवें पातशाह जी की शहीदी के संबंध में नगर कीर्तन है, गुरु ग्रंथ साहब महाराज जी की सवारी आ रही है, जे उस मौके पर कैबिनेट मंत्री आ जाए किते उन्होंने गड्डी सड़क तो परे होवे, जोड़ा लत्था होवे, सिर ढकिया होवे, हाथ जोड़ के महाराज की हजूरी च खड़े सानू दिसने चाहिए ने। वो सड़क खाली करनगे नगर कीर्तन वास्ते, महाराज जी की सवारी नहीं सड़क खाली करूगी कैबिनेट मंत्रियों वास्ते। तो समझ गया साध संगत जी DC भाई असल में मेरी इतने कोई पेश नहीं जानी, कोई पेश नहीं सी गई। कोई गुस्सा साध संगत जी फिर उन्होंने 1978 में कढ़िया सी, जदों शांतमई सतनाम वाहिगुरू का जाप करते हुए उन्होंने रोकने वास्ते सिंह गए सन। संत बाबा जरनैल सिंह जी खालसा जी ने जो अरदास की भाई रोको उन्होंने महाराज की बेदबी करता, तो उन्होंने निरंकारियों ने फिर साध संगत 13 सिंह शहीद कर दिते सन, क्योंकि वो खार खाते सन इस गल की भाई गुरमत का प्रचार असीं पंजाब विचों खत्म कर देना। पर संत बाबा करतार सिंह जी खालसा जी ने साध संगत लक बन के पंथ की सेवा की। उन्होंने महापुरुषों का अज आपां ये साध संगत जी उन्होंने बरसी का दिहाड़ा मना रहे हैं। अज के दिन साध संगत जी उन्होंने सचखंड बयाना किया। दूसरा आप समागम रखा, तुसीं सारे गुरमुखां ने इत्थों के प्रबंधकों नाल रल के शहीदों को आप नमस्कार करने वास्ते बैठे हैं, जिन्हें भी पंथ के शहीद ने। 5वें पातशाह जी तो साध संगत जी शहीदियों की लड़ी प्रारंभ होती है। उवें तो कुछ विद्वानों ने लिखा गुरु नानक पातशाह जी के समय तारू कोट नाम का गुरमुख प्यारा शहीद हो गया सी, जदों लाहौर में अग ला दी सी बाबर के बंदियां ने। उन्हें बुझाने का यत्न किया, उन्हें आख्या भी साड़ी लाई अग नूं तू बुझा नहीं सकता, उन्हें चक के अग में सुट दिता। ये भी कहते हैं भी वो सी उस वेले का शहीद। पर 5वें पातशाह जी ने एक साध संगत जी शाहराह प्रगट कर दिता, एक गुरमुख मार्ग प्रगट कर दिता, एक पूर्णा बना दिता भाई धर्म वास्ते जी जान है ये दी जा सकती है। धर्म साध संगत जी 2 प्रकार का विद्वान मानते हैं, बाहरी ते अंदरूनी। जां आप यह भी कह सकते हैं एक अपने निज वास्ते, एक संसार में विचरण वास्ते। जिहड़ा संसार में विचरण वास्ते वो धर्मी बंदे की निशानी है। साध संगत जी हरेक नाल प्यार नाल विचरे, हरेक जीव का हरेक प्राणी के रब्बी जोत जान के उसका सत्कार करे। ये तो हर
ਧਰਮ ਦੇ ਵਿੱਚ ਹੀ ਸਾਧ ਸੰਗਤ ਜੀ ਧਰਮੀ ਤੇ ਪਰਉਪਕਾਰੀ ਬੰਦਿਆਂ ਦਾ ਸੁਭਾਅ ਹੁੰਦਾ ਵੀ ਉਹ ਸ਼ਰਾਬ ਨਾ ਪੀਣ, ਮਾਸ ਨਾ ਵਰਤਣ, ਤੰਬਾਕੂ ਨਾ ਵਰਤਣ। ਦੂਜੇ ਧਰਮਾਂ 'ਚ ਵੀ ਐਸੇ ਲੋਕ ਮਿਲਦੇ ਨੇ ਆਪਾਂ ਨੂੰ। ਇਹ ਹੈ ਇੱਕ ਸਾਂਝਾ ਧਰਮ ਜਿਹੜਾ ਸਾਰਿਆਂ ਦਾ। ਪਰਮਾਤਮਾ ਨੂੰ ਯਾਦ ਕਰਨਾ ਹੈ ਸਾਂਝਾ ਧਰਮ ਸਾਰੇ ਜੀਵਾਂ ਦਾ, ਭਾਵੇਂ ਉਹ ਕਿਸੇ ਧਰਮ ਨੂੰ ਵੀ ਬਿਲੋਂਗ ਕਰਦੇ ਹੋਣ। ਸਰਬ ਧਰਮਾਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪਰਮਾਤਮਾ ਦਾ ਨਾਮ ਜਪਣਾ ਤੇ ਕਰਮ ਨਿਰਮਲ ਕਰਨੇ, ਇਹ ਸਾਰਿਆਂ ਦਾ ਸਾਂਝਾ ਹੈ। ਭਾਵੇਂ ਕੋਈ ਮੁਸਲਮਾਨ ਵੀਰ ਹੈ, ਕੋਈ ਜੈਨੀ, ਬੋਧੀ, ਸਨਾਤਨੀ, ਕੋਈ ਸਾਧ ਸੰਗਤ ਜੀ, ਸਿੱਖ, ਈਸਾਈ, ਬੋਧੀ, ਕੋਈ ਵੀ ਹੈ, ਇਹ ਸਾਰਿਆਂ ਦਾ ਸਾਂਝਾ ਹੈ ਪਰਮਾਤਮਾ ਨੂੰ ਯਾਦ ਕਰਨਾ ਔਰ ਨਿਰਮਲ ਕਰਮ ਕਰਨੇ। ਪਰ ਇੱਕ ਧਰਮ ਆਪਣੇ ਨਿੱਜ ਵਾਸਤੇ ਹੁੰਦਾ, ਜਿਸ ਧਰਮ ਵਿੱਚ ਸਾਧ ਸੰਗਤ ਜੀ ਆਪਾਂ ਪੈਦਾ ਹੋਏ ਉਸ ਧਰਮ ਦੀ ਪਰਪੱਕਤਾ ਰੱਖਣੀ, ਉਸ ਧਰਮ ਵਿੱਚ ਪਰਪੱਕ ਰਹਿਣਾ। ਉਹਨਾਂ ਵਿੱਚ ਸਾਧ ਸੰਗਤ ਜੀ ਸ਼ਹੀਦ ਸਨ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦੇ ਕੇਸਾਂ ਦੀ ਬੇਅਦਬੀ ਕਰਨ ਦਾ ਯਕਰੀਏ ਨੇ ਤਹਈਆ ਕਰ ਲਿਆ ਸੀ ਤੇ ਆਖਿਆ ਸੀ ਜਿਨ੍ਹਾਂ ਕੇਸਾਂ ਤੇ ਤੂੰ ਮਾਣ ਕਰਦਾ ਮੈਂ ਰਹਿਣ ਹੀ ਨਹੀਂ ਦੇਣੇ ਤੇਰੇ ਸਿਰ ਤੇ। ਭਾਈ ਤਾਰੂ ਸਿੰਘ ਨੇ ਆਖਿਆ ਤੂੰ ਮੇਰੇ ਕੇਸਾਂ ਨੂੰ ਕੁਝ ਨਹੀਂ ਕਹਿ ਸਕਦਾ। ਇੱਕ ਸਿੱਖ ਦਾ ਵਚਨ ਸੀ ਸਾਧ ਸੰਗਤ ਜੀ, ਕਿਉਂਕਿ ਗੁਰੂ ਦੇ ਆਸਰੇ ਤੇ ਹੋ ਕੇ ਜਦੋਂ ਸਿੱਖ ਵਚਨ ਕਰਦਾ ਨਾ, ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ, ਗੁਰੂ ਸਾਹਿਬ ਜੀ ਨੇ ਪੂਰੀ ਕਰ ਦਿੱਤੀ, ਲੱਥੇ ਸੀਸ ਤੋਂ ਲੜਾ ਦਿੱਤਾ। ਇਹ ਸਰਲ ਨਹੀਂ ਸੀ ਕੰਮ, ਪਰ ਜਿਨ੍ਹਾਂ ਦੇ ਚਰਨਾਂ 'ਚ ਅਰਦਾਸ ਕੀਤੀ ਉਹ ਸਮਰੱਥ ਸਨ। ਭਾਈ ਤਾਰੂ ਸਿੰਘ ਨੇ ਜਿਸ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਸਾਧ ਸੰਗਤ ਜੀ, ਉਹ ਸਮਰੱਥ ਸੀ। ਉਹਦੇ ਕੇਸ ਨਹੀਂ ਕੱਟੇ ਗਏ, ਖੋਪਰੀ ਉਤਾਰ ਦਿੱਤੀ ਭਾਈ ਤਾਰੂ ਸਿੰਘ ਨੇ। ਖੋਪਰੀ ਉਤਾਰ ਕੇ ਤੇ 22 ਦਿਨ ਤੱਕ ਸਾਧ ਸੰਗਤ ਜੀ ਲੱਥੀ ਹੋਈ ਖੋਪਰੀ ਤੋਂ ਭਾਈ ਤਾਰੂ ਸਿੰਘ ਜੀ ਬੈਠੇ ਨੇ ਇੱਦਾਂ ਖੁੱਲ੍ਹੀ ਹਵਾ ਵਿੱਚ। 22 ਦਿਨ ਤੱਕ ਉਹ ਬੈਠੇ ਰਹੇ। ਅੱਜ ਵੀ 22 ਦਿਨ ਕਿਸੇ ਨੇ ਖੋਪਰੀ ਲੱਥੀ ਤੋਂ ਬੈਠਣਾ ਹੋਵੇ ਤਾਂ ਬੈਠ ਨਹੀਂ ਸਕੇਗਾ। ਪਰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਕੀਤੀ ਅਰਦਾਸ ਕਰਕੇ, ਕਿਉਂਕਿ ਵਚਨ ਕਰ ਦਿੱਤਾ ਸੀ ਨਾ ਭਾਈ ਤਾਰੂ ਸਿੰਘ ਨੇ, ਭਾਈ ਜਿਹਨੇ ਮੇਰੇ ਕੇਸਾਂ ਦੀ ਬੇਅਦਬੀ ਕਰਨ ਦਾ ਯਤਨ ਕੀਤਾ, ਆਪਣੀ ਜੁੱਤੀ ਅੱਗੇ ਲਾ ਕੇ ਉਹਨੂੰ ਨਰਕਾਂ 'ਚ ਛੱਡ ਕੇ ਫਿਰ ਮੈਂ ਸੱਚਖੰਡ ਜਾਵਾਂ। ਕਹਿੰਦੇ 17ਵੇਂ ਦਿਨ ਲਾਹੌਰ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਸੀ ਕਿ ਭਾਈ ਸਾਹਿਬ ਜੀ ਤੁਸੀਂ ਤਾਂ ਆਪਣੇ ਨਿੱਜ ਸਰੂਪ 'ਚ ਟਿਕੇ ਰਹਿੰਦੇ, ਤੁਹਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਉੱਚੀ ਅਵਸਥਾ ਹੈ, ਪਰ ਸੰਗਤਾਂ ਨਹੀਂ ਦੇਖ ਸਕਦੀਆਂ ਹਿਸਾਬ ਦੇ ਵਿੱਚ। ਕਿੰਨੇ ਦਿਨ ਹੋ ਗਏ ਨੇ ਖੋਪਰੇ ਲੱਥੇ ਨੂੰ, ਤੇ ਹੁਣ ਤੁਸੀਂ ਜਾਓ। ਭਾਈ ਤਾਰੂ ਸਿੰਘ ਜੀ ਨੇ ਆਖਿਆ ਸੀ ਮੈਂ ਸਰੀਰ ਦੇ ਮੋਹ ਕਰਕੇ ਨਹੀਂ ਬੈਠਾ ਗੁਰਮੁਖੋ, ਮੈਂ ਜਿਹੜਾ ਬਚਨ ਕੀਤਾ ਨਾ ਵੀ ਛਿੱਤਰ ਦੇ ਅੱਗੇ ਲਾ ਕੇ ਉਹਨੂੰ ਨਰਕਾਂ 'ਚ ਛੱਡ ਕੇ ਮੈਂ ਸੱਚਖੰਡ ਜਾਣਾ, ਅਜੇ ਉਹਦੇ ਕੁਝ ਦਿਨ ਬਾਕੀ ਹੈ। ਇਸ ਕਰਕੇ ਉਹਨੂੰ ਲਾ ਕੇ 22ਵੇਂ ਦਿਨ ਸਾਧ ਸੰਗਤ ਜੀ ਉਹ ਜਗ ਗਿਆ ਖਾਂ ਮਾਰਿਆ ਗਿਆ। ਤੇ ਫਿਰ ਭਾਈ ਤਾਰੂ ਸਿੰਘ ਜੀ ਨੇ ਸਰੀਰ ਛੱਡਿਆ। ਵੀ ਵਿਦਵਾਨ ਕਹਿੰਦੇ ਨੇ ਅੰਮ੍ਰਿਤਸਰ ਸਰੋਵਰ ਵਿੱਚੋਂ ਅੰਮ੍ਰਿਤ ਜਲ ਮੰਗਵਾਇਆ ਸੀ। ਆਖਿਆ ਸਰੀਰ ਛੱਡਣ ਤੋਂ ਪਹਿਲਾਂ ਮੈਨੂੰ ਇਸ਼ਨਾਨ ਕਰਵਾਇਆ ਜਾਵੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਜਦੋਂ ਸਰੀਰ ਛੱਡਿਆ ਤੇ ਮਹਿਤੇ ਤੋਂ ਉਹਨਾਂ ਦਾ ਸਰੀਰ ਸਾਧ ਸਰਾਂ ਦੇ ਸਾਹਮਣੇ ਲੈ ਕੇ ਆਏ ਸਨ, ਸੱਚਖੰਡ ਹਰਿਮੰਦਰ ਸਾਹਿਬ, ਜਿਸ ਪਾਸੇ ਆਪਾਂ ਨਾਨਕ ਨਿਵਾਸ ਹੈ ਨਾ, ਇੱਥੇ ਗੱਡੀ ਖੜੀ ਕਰਕੇ ਸਾਧ ਸੰਗਤ ਜੀ ਸਰੋਵਰ ਤੋਂ ਅੰਮ੍ਰਿਤ ਜਲ ਲਿਆ ਕੇ ਉਹਨਾਂ ਦਾ ਵੀ ਇਸ਼ਨਾਨ ਕਰਵਾਇਆ ਗਿਆ ਸੀ। ਉਹਨਾਂ ਦੀ ਵੀ ਮਨ ਦੀ ਤਮੰਨਾ ਸੀ ਕਿ ਹਰਿਮੰਦਰ ਸਾਹਿਬ ਦੇ ਜਲ ਨਾਲ ਸਾਡਾ ਇਸ਼ਨਾਨ ਕਰਵਾਇਆ ਜਾਵੇ। ਜਿਨ੍ਹਾਂ ਨੇ ਮੰਨਣਾ ਉਹਨਾਂ ਵਾਸਤੇ ਸਾਧ ਸੰਗਤ ਜੀ ਉਹ ਅੰਮ੍ਰਿਤ ਹੈ, ਜਿਨ੍ਹਾਂ ਨੇ ਮੰਨਣਾ ਉਹਨਾਂ ਨੇ ਆਖਿਆ ਸੀ ਕਿ ਇੰਨੀ ਜਗ੍ਹਾ ਪੂਰ ਕੇ ਝੋਨਾ ਲਾਇਆ ਹੋਵੇ ਤਾਂ ਕਈ ਪਰਿਵਾਰ ਚੌਲ ਛਕ ਸਕਦੇ, ਉਹਨਾਂ ਵਾਸਤੇ ਵਾਧੂ ਹੈ। ਪਰ ਗੁਰੂ ਸਾਹਿਬ ਜੀ ਨੇ ਜਿਹੜੀ ਰਚਨਾ ਕੀਤੀ, ਉਹਨਾਂ ਨੇ ਬਚਨ ਕੀਤੇ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਗਏ। ਇਸ ਲਈ ਭਾਈ ਤਾਰੂ ਸਿੰਘ ਨੇ ਮੰਗਾਇਆ, ਉਹਨੂੰ ਮਨ ਪੈ ਗਿਆ ਸੀ ਜਕਰਗੇ ਨੂੰ, ਬੜੇ ਇਲਾਜ ਕਰਵਾਏ ਸਾਰੇ ਸ਼ਾਹੀ ਹਕੀਮਾਂ ਨੇ। ਜਦੋਂ ਜਵਾਬ ਦੇ ਦਿੱਤਾ ਫਿਰ ਸਾਧ ਸੰਗਤ ਜੀ ਇੱਕ ਸਿੱਖ ਨੇ ਦੱਸਿਆ ਸੀ, ਕਹਿੰਦੇ ਭਾਈ ਸ਼ਵੇਕ ਸਿੰਘ ਨੇ ਉਹ ਆਖਿਆ ਸੀ ਭਈ ਇਹ ਜਿਹੜੀ ਉਹਨੇ ਅਰਦਾਸ ਕੀਤੀ ਹੈ ਇਹ ਹੁਣ ਉਹ ਹੀ ਤੇਰਾ ਹੱਲ ਕਰ ਸਕਦਾ। ਜਦੋਂ ਭਾਈ ਤਾਰੂ ਸਿੰਘ ਨੂੰ ਆਣ ਕੇ ਬੇਨਤੀ ਕੀਤੀ ਤੇ ਉਹਨਾਂ ਨੇ ਆਖਿਆ ਸੀ ਕਿ ਮੇਰੇ ਸੱਜੇ ਚਰਨ ਦਾ ਜੋੜਾ ਲਿਜਾ ਕੇ ਉਹਦੇ ਸਿਰ 'ਚ ਮਾਰੋਗੇ ਤੇ ਤਾਂ ਉਹਦਾ ਬੰਨ ਖੁੱਲ੍ਹ ਸਕਦਾ, ਨਹੀਂ ਤੇ ਨਹੀਂ। ਤੇ ਸਾਧ ਸੰਗਤ ਜੀ ਫਿਰ ਉਹੀ ਉਹਦੇ ਸਿਰ 'ਚ, ਇਹ ਇਤਿਹਾਸ ਹੈ ਆਪਣਾ, ਇਹ ਹਕੀਕਤ ਹੈ। ਭਾਈ ਤਾਰੂ ਸਿੰਘ ਦੇ ਸੱਜੇ ਚਰਨ ਦਾ ਜੋੜਾ ਸਾਧ ਸੰਗਤ ਜੀ ਲਿਜਾ ਕੇ ਜਕਰਗੇ ਦੇ ਸਿਰ 'ਚ ਮਾਰਿਆ। ਜਦੋਂ ਸਿਰ 'ਚ ਮਾਰਦੇ ਉਦੋਂ ਥੋੜੀ ਦੇਰ ਦੀ ਬੰਨ ਖੁੱਲਦਾ ਸੀ, ਆਪ ਕਹਿੰਦਾ ਸੀ ਹੋਰ ਮਾਰੋ ਹੋਰ ਮਾਰੋ, ਤੇ ਮਾਰਿਆ ਸਾਧ ਸੰਗਤ ਜੀ ਮਾਰਦਿਆਂ ਮਰ ਗਿਆ ਸੀ। ਉਹ ਨਰਕਾਂ ਨੂੰ ਗਿਆ ਤੇ ਭਾਈ ਤਾਰੂ ਸਿੰਘ ਜੀ ਨੇ ਆਪਣਾ ਸਰੀਰ ਛੱਡਿਆ ਸੀ। ਉਹ ਭਾਈ ਤਾਰੂ ਸਿੰਘ ਜੀ ਨੂੰ ਅੱਜ ਆਪਾਂ ਚੇਤੇ, ਆਪਾਂ ਖੜੇ ਹੀ ਹੋ ਜਾਈਏ ਨਾ ਭਾਈ ਤਾਰੂ ਸਿੰਘ ਦੀ ਤਸਵੀਰ ਦੇ ਅੱਗੇ, ਤੇ ਜ਼ਰੂਰ ਸਾਧ ਸੰਗਤ ਜੀ ਮਨ 'ਚ ਆਉਂਦਾ ਹੈ ਭਾਈ ਕਿੱਥੇ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਕੇਸਾਂ ਦਾ ਸਤਿਕਾਰ ਰੱਖਣ ਵਾਸਤੇ ਆਪਾ ਵਾਰ ਦਿੱਤਾ, ਖੋਪਰੀ ਤਰਵਾ ਲਈ। ਆਪਾਂ ਨੂੰ ਅੱਜ ਖੋਪਰੀ ਤਰਵਾਉਣੀ ਪੈਂਦੀ? ਆਪਾਂ ਨੂੰ ਕੋਈ ਪਰੇਸ਼ਾਨੀ ਐਸੀ ਹੈ ਦੱਸੋ? ਅੱਜ 5 ਵਜੇ ਅੰਮ੍ਰਿਤ ਸੰਚਾਰ ਹੋਣਾ ਸਾਧ ਸੰਗਤ ਜੀ ਇਸੇ ਗੁਰੂ ਘਰ ਅੰਮ੍ਰਿਤ ਦਾ ਬਾਟਾ ਅੱਜ 5 ਵਜੇ ਤੇ ਬਹੁਤ ਸਾਰੇ ਨਾਂ ਗੁਰਮੁਖਾਂ ਦੇ ਕੋਲੇ ਪਹੁੰਚ ਚੁੱਕੇ ਨੇ, ਪ੍ਰਬੰਧਕਾਂ ਕੋਲੇ, ਜਿਨ੍ਹਾਂ ਨੇ ਅੰਮ੍ਰਿਤ ਛਕਣਾ। ਬਾਕੀ ਵੀ ਆਪਾਂ ਸਾਧ ਸੰਗਤ ਜੀ ਮਨ ਬਣਾਈਏ ਤੇ ਫਿਰ ਆਪਾਂ ਮਾਣ ਨਾਲ ਭਾਈ ਤਾਰੂ ਸਿੰਘ ਦੀ ਤਸਵੀਰ ਅੱਗੇ ਖੜ ਸਕਦੇ ਹਾਂ ਕਿ ਜੋ ਸਰੂਪ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਤਾਰੂ ਸਿੰਘ ਜੀ ਤੁਹਾਨੂੰ ਦਿੱਤਾ ਸੀ, ਉਹ ਅਸੀਂ ਪ੍ਰੇਰਨਾ ਲੈ ਕੇ ਮਹਾਰਾਜ ਤੋਂ ਅਸੀਂ ਵੀ ਲੈ ਲਿਆ। ਉਸ ਸਰੂਪ ਨੂੰ ਅਸੀਂ ਵੀ ਕੇਸਾਂ ਸਵਾਸਾਂ ਸੰਗ ਨਿਭਾ ਸਕੀਏ, ਇਹ ਤੁਸੀਂ ਸਾਡੇ ਤੇ ਕਿਰਪਾ ਕਰਨੀ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਮੈਂ ਰਾਤ ਬੇਨਤੀ ਕੀਤੀ, ਆਖਿਆ ਸੀ ਡਾਕਟਰਾਂ ਨੇ ਕਿ ਆਪਰੇਸ਼ਨ ਕਰਨਾ ਪੈਣਾ, ਬਸ ਇੱਕ ਆਪਰੇਸ਼ਨ ਤੋਂ ਬਾਅਦ ਫਿਰ ਮੁੜਾਵੇਗਾ ਸਰੀਰ। ਤੇ ਉਹਨਾਂ ਨੇ ਆਖਿਆ ਸੀ ਸਿਰ ਤਾਂ ਭਾਵੇਂ ਚਲਿਆ ਜਾਵੇ, ਜਾਨ ਚਲੀ ਜਾਵੇ, ਪਰ ਮੈਂ ਰੋਮਾਂ ਦੀ ਬੇਅਦਬੀ ਨਹੀਂ ਹੋਣ ਦੇਣੀ।
खुल के ਆਪਾਂ ਰਾਤ ਇਹਨਾਂ ਬਚਨਾਂ ਤੇ ਵਿਚਾਰ ਕੀਤੀ ਸੀ। ਕੋਈ ਸਿਰ ਦਰਦ ਕਰਦਾ ਹੋਵੇ ਤੇ ਗੋਲੀ ਖਾਣੀ ਕੋਈ ਪਾਪ ਨਹੀਂ ਹੁੰਦੀ, ਪਰ ਜਿਨ੍ਹਾਂ ਨੇ ਪੂਰਨਾ ਪਾਉਣਾ ਉਹਨਾਂ ਨੇ ਸਾਧ ਸੰਗਤ ਇੱਕ ਮਾਰਗ ਪ੍ਰਗਟ ਕਰਨਾ ਹੁੰਦਾ। ਇਸ ਕਰਕੇ ਉਹਨਾਂ ਆਖਿਆ ਨਹੀਂ ਮੈਂ ਆਪਰੇਸ਼ਨ ਕਰਵਾਉਣਾ, ਨਹੀਂ ਸੀ ਕਰਵਾਇਆ। 3 ਅਗਸਤ ਨੂੰ ਐਕਸੀਡੈਂਟ ਹੋਇਆ ਸੀ ਤੇ 16 ਅਗਸਤ ਨੂੰ ਸੱਚਖੰਡ ਪਿਆਨਾ ਕਰਦੇ ਸਨ। ਉਸੇ ਤਰ੍ਹਾਂ कबीर साहब के वचन कहते कबीर जैसी उपजी पेड़ के जो तैसी निभ है ओढ़, हीरा हीरा किसका वापरा पुजे ना रतन करोड़। वो कहते हैं जिस तरह का मनुख पैदा होंदा ये कोई अपनी सियाणप नाल भन घट ना करे तो कबीर साहब कहते उस तरह का वापस चलिया जाए। हीरे करोड़ा रतन भी वह की मुकाबला कर सकते हैं जोड़ा अपने सिखी स्वरूप को लैके वापस चलिया जाए, क्योंकि यदि कोई कीमत है साध संगत जी। जिस तरह का स्वरूप सानू महाराज साहब जी ने दिता आप ये भन घट करते हैं ना। चलो अपना मन नहीं मानता जो तो फिर साध संगत जी वाधे घाटे किए जाते हैं। आप कभी विचार की भी परमात्मा ने साडे मूँह से दाड़ा दिता, आप जे रहन नहीं देना, परमात्मा ने तली ते क्यों नहीं दिते केस? इस पासे तो दिते ने, इस पासे तो नहीं परमात्मा ने दिते। यह अर्थ है भी कोई भी चीज़ वाधू नहीं परमात्मा ने साडे शरीर पर लाई। यथा योग जो अकाल पुरख वाहिगुरू ने किया वो साध संगत जी पूरे का किया सब कुछ पूरा। जिन तू साज सवार सिगारिया गर्भ अगर मैं जिन्हें उबारिया पंजवें पातशाही के वचन कहते जिस परमात्मा ने तेरे शरीर की साजना की उन्हें तेन सवार के श्रृंगार के संसार से भेजा। हुण तू वखरा श्रृंगार किहड़ा करता फिरदा भाई? परमात्मा ने तो श्रृंगार करके भी होना। आ श्रृंगार ही है ना भाई। आ नक की गुड़ी बनाई अकाल पुरख वाहिगुरू ने। भला जे नक की उपरों गुड़ी ना बनाता कल्ले शेक दे फिर की लगता, कितना भैड़ा लगता। आ परमात्मा ने कन्ना के छज्जे बनाए ने, छज्जे ये शरीर को श्रृंगारन वास्ते है। जे कल्ले शेक जे होंगे फिर परमात्मा ने नेत्र बनाए ने तो उपर साध संगत जी झिमणियां ला दी, ये कृपा कर दी, शटर ला दिता जो जी करे सुट सकते जो तुम जो जी करे खोल सकते हैं। शरीर को शिकार के भेजा परमात्मा ने। पंजवें पातशाह कहते जिन तू साज सवार सिगारिया गर्भ अगर मैं जिन्हें उबारिया। जिस परमात्मा ने तेरा श्रृंगार करके भेजा पंजा तत्तां के शरीर की साजना करके, हुण तू कितना श्रृंगार कर लेंगे इस तो अगे भाई? संतां ने आख्या ना ज्ञानी जाल सिंह मूँह से आख्या सिर रकाबगंज गुरुद्वारे उन्होंने आख्या किन्नी क देर तू अपनी ये दाढ़ी में रंग के जवानी अपनी जी है ये प्रगट करेगा बड़े पल का आके। संतोख सिंह के भोग से संतां ने वचन किए मूँह तो वो आख्या एक दिन जो मूँह ही मूली सुकी मूली वर्गा हो गया फिर कितना चिर ये रंग कितना चिर तेरे बुढ़ेपे में ढकेगा। तो गुस्से आके उन्हें आख्या मनजीत सिंह को भी जां संत इत्थे बोलणगे जां मैं बोलांगा। उन्हें आख्या भी जी तुहाडी अपनी खुशी असीं जाण लई कहंदे नहीं पर संत तो इत्थे ही रहणगे। तो चले गया सी, संत बैठे रहे सी भोग के। इसे गल का गुस्सा करके चल गया। संतां ने आख्या सी भाई तू इवें तो करी जाना तो कितनी देर लगा सकता तू? अपनी सियाणप नाल बुढ़ापा कितनी देर लगा सकता साध संगत जी? ये तो एक दिन आना ही है। इसलिए श्रृंगार का शरीर का परमात्मा ने करके भेजा। आ अपनिया बना के उंगलों तेरे अगले बने साध संगत जी नाखून लाए ने नौ अपने श्रृंगार किया अपने शरीर का कृपा करके भेजा। इस करके आप की बात घाटे कर सकते हैं। पर चलो जो मन साध संगत कई बार डावाडोल होंगे तो मन को मोड़ के लिया चाहिए। सने सने मन मोड़ो महा गुरु रामदास साहब जी ने वचन किए सब सिखा नाल। वो कहते सने सने मन मोड़ो महा हौली हौली इस मन को मोड़ना चाहिए, हौली हौली मोड़ना चाहिए। ठीक है एको दिन नहीं साध संगत जी आप अपने कोई ब्रह्म ज्ञान उत्तर आना पर कुछ ना कुछ तो महाराज सच्चे पातशाह जी वाले पासे में आइए। ये तो मैं देखा ना मैं आप सारिया संगतां दे विच विचर के देखा भी भावें कोई गुरमुख अमृतधारी है तो भावें अमृतधारी नहीं प्यार वो मन च उन्ना ही है। गुरु साहब जी के प्यार च कोई कमी नहीं, श्रद्धा च कोई कमी नहीं, सेवा च कोई कमी नहीं, दान में कोई कमी नहीं। कमी सिर्फ साध संगत स्वरूप में है, वो भी अपन दूर करनी चाहिए। ये नहीं आप कह सकते भाई जो अमृतधारी है वो शायद श्रद्धा ज़्यादा नहीं, नहीं दूसरे च भी उन्नी है, सेवा भी वो बहुत करते हैं, माया भी बहुत खर्चते हैं, कुर्बानी वालों भी कोई कमी नहीं पर स्वरूप वालों तो कमी है ना। जो महाराज साहब जी ने हुक्म किया आपको प्रथम रहत या जान खंडे की पाहुल छके। महाराज साहब का वचन कहते सब तो पहला सिख का जीवन इतों ही शुरू होता पहला खंडे बाटे का अमृत तो छके फिर बाकी दी गल्लां शुरू होंदियां। सो वो अमृत का बाटा साध संगत जी अज 5 बजे शाम को इत्थे ही महाराज की हजूरी च इसे गुरु घर तैयार हो गए। अपने विचों वो गुरमुख प्यारे जिन्होंने अमृत छकना वो प्रबंधकों साध संगत जी अपने नाम जरूर दें। आप ही असल में साध संगत जी संत ज्ञानी करतार सिंह जी खालसा जी ने बॉम्बे एक बार एक ड्राइवर को जफ्फी पा ली प्रचार वास्ते जाते से हरेक साल तो ड्राइवरों को साध संगत जी सारा कुछ ही होंगे। सिंघा ने आख्या भी महापुरुषों इन्हों की जेब च हो सकता तंबाकू भी होवे
हो सकता इन्हां दी जेब ये फीम तो पक्की होनी है ना जी, तो सारे नशे दुनिया के करते जे ड्राइवर, तो तुसीं इन्हां नूं जफ्फी पा ली, तो संतां ने आखिया फिर मैं जफ्फी किरपाना वालियां नूं पावां, इन्हां दी पावांगा गुरमुखो, तो फिर ही ये सिख आउणगे ना। इन्ना प्यार संतां ने कीता, उहनूं जफ्फी च लैके तुरे तुरे जांदे आख्या भी सच दसना ही, महाराज नूं हाज़र नाज़र जाण के सच दसी, झूठ ना बोली, मेरी खुशामद वास्ते नहीं, ये दसी कि मैं चंगा लगदा तुरिया जांदा। तो उन्हें आख्या हाँ जी बहुत फब दे जी तुसीं। संतां ने कहा झूठ तो नहीं बोलता, सच्ची गल है, मैं चंगा लगदा। उन्हें कहा बहुत पर्सनैलिटी जी तुहाडी, बहुत ज़्यादा शरीर की। तो संतां ने कहा फिर मेरे वर्गा क्यों नहीं हुंदा, जे मैं फबदा तू मनो कह रहा तो फिर तू भी मेरे वर्गा। उन्हें कहा लो जी अज तो बचन है, बस हुण जिद्दन बाटा तैयार होया मैं छकण वालियां च लैन च लगा हाँ। सारे ड्राइवरों को साध संगत जी अमृत छकाया उन्होंने सारिਆਂ ਨੂੰ, अज भी उही बुलाते हैं जथे हुण भी वो मर्यादा अजे तक चली आउंदी। साल 'च 1 महीना बंबे जाते प्रचार करने वास्ते सिंह, वो ही ने साध संगत जिहड़े कदी किसी दी ड्राइवरियां करते सन, अज उन्होंने अपनी ट्रांसपोर्टां ने, जिन्हां वाले भाई अमरीक सिंह जी के कुड़माचारी है ना, शहीद भाई अमरीक सिंह जी के, उन्होंने अपने साध संगत सैकड़े ट्रक ने, तो इस तरह के बाकी सारे गुरमुख बहुत प्रचार उन्होंने महापुरुषों ने किया। सो कृपा सच्चे पातशाह जी की प्राप्त करने वास्ते आपां नूं साध संगत जी मन की उधेड़ चों निकलना चाहिए, क्योंकि मन कदे नहीं जे कहता कोई तू नितनेम कर, मन थोड़ा कहता। कई बार मन कह भी दे तो दूजा संकल्प नूं ढक लैंदा। इसलिए विद्वान आख्या कहते कर्म योग जो अवस्था है फुन ताकि इश होए ताको फिर न कीजिए प्रमाद कहावे सोए। चलो मन जो आवाज आ भी जाए भी जो गुरु साहब ने सानू दिता वो बिल्कुल सही दिता, ठीक है, महाराज जो स्वरूप दिता बिल्कुल ठीक दिता, अंदरों आवाज आवे तो मन में इच्छा भी हो कि हाँ छकना तो चाहिए भाई, छकना तो चाहिए, पर छके ना। कहते कारण योग जो अवस्था है फुन ताकि यश होए ताको फिर ना कीजिए, इच्छा भी मन च आउंदी है, ये भी मन चो आवाज आउंदी भी गुरु साहब जी ने चंगा किया, साडे भले की कृपा की है, फिर भी साध संगत जी आपां समा लंघाई जाइए, समा लंघाई जाइए, तो फिर ये परमात्मा ही है। इसलिए जरूर यत्न करना चाहिए इस पासे साध संगत जी थोड़ा जा मुड़िया जाए। तो सतगुर सच्चे पातशाह जी कृपा करन, इस तरह ये समागम चलते रहन, जिस करके सिੱਖੀ का गुरमत का प्रचार होता रहे। मैं रात भी बेनती की सी जे आप सारे यत्न करते हैं, क्योंकि तुसीं प्रेमी जे श्रद्धालु जे, मैं रात भी आख्या मैं कोई खुशामद के वचन नहीं कह रहा, सच कह रहा तुहानूं, क्योंकि इत्थे आउणा मैं संगत भावना वाली इत्थों की सारी प्यार नाल सुणदी, प्यार नाल सेवा करती है। तो इस करके संगत के चरणों में बेनती करी थी भाई नितनेम किए बिना अपना गुजारा नहीं, आप महाराज की बाणी पढ़ांगे, कोई थोड़ा नियमां च रहांगे, फिर अपना भला होगा। तो पर जे आप तान ला के साध संगत जी वचन करते हैं, तो दूसरे पासे दूजे भी तुरे फिरते साध संगत जी टोलियां दे टोले, ਜਿਹੜੇ ਕਹਿੰਦੇ ਕੋਈ ਲੋੜ नहीं अमृत छकण ਦੀ। अमृत वेला किने बनाया दोपहर ਜ਼ਹਿਰ वाला ਹੁੰਦਾ, ਤਾਂ ਕੀ ਫਰਕ ਪੈਂਦਾ ਨਿਤਨੇਮ ਕੀਤਿਆਂ। ਕਿਹਾ ਸੀ ਕਿਸੇ ਨੇ ਸਾਧ ਸੰਗਤ ਜੀ ਇੱਕ ਸਾਡੇ ਆਪਣੇ ਹੀ ਬੱਚੇ ਨੂੰ, ਇੱਕ ਵਾਰੀ ਹੈ ਤਾਂ ਗੁਰਸਿੱਖ ਸੀ, ਤਾਂ ਨਿਤਨੇਮ ਕਰਦੇ ਨੂੰ ਆਖਿਆ ਭਾਈ ਤੁਸੀਂ ਕੀ ਰੱਬ ਨੂੰ ਵਕਤ ਪਾਇਆ। ਉਹਨੇ ਕਿਹਾ ਮੈਂ ਵੀ ਗੁਰਸਿੱਖ ਹਾਂ ਨਾ, ਮੈਂ ਕਦੇ ਨਹੀਂ ਕੀਤਾ, ਮੇਰੇ 'ਚ ਦੱਸ ਤੇਰੇ ਨਾਲੋਂ ਘੱਟ ਕੀ ਹੈ। ਉਹਨੇ ਆਖਿਆ ਸੀ ਮੇਰੇ 'ਚ ਤੇਰੇ ਨਾਲੋਂ ਘੱਟ ਕੀ ਹੈ, ਮੈਂ ਕਦੇ ਨਿਤਨੇਮ नहीं ਕੀਤਾ, ਦੱਸ। उन्हें कहा जी मैंने घट वाधा तो पता नहीं, क्योंकि सारे जो सारे जवाब नहीं आते होंगे। उन्हें कहा घट वाधा तो मैंने पता नहीं, पर इन्ना मैंने पता महाराज ने हुक्म किया सिख ने करना, तुसीं नहीं करते तुहाडी मर्जी, पर मैं करना क्योंकि महाराज का हुक्म है। वो भी बड़े बड़े प्रमाण साध संगत जी लभ के लियाते हैं, जिन्होंने आख्या जेड़े जेड़े विरोध करते हैं वो सुक्का ही थोड़ा विरोध करी जाते, असीं नहीं मानते, असीं नहीं मानते, नहीं छकना नहीं छकना। वो कई तरह के प्रमाण लैके आउंदे, क्योंकि तेज बुद्धि है, पर यह अटल सच्चाई है। पर कलगीधर पातशाह जी ने कला पंजां प्यारिਆਂ ਨੂੰ नहीं छकाया, उन्होंने तो बाद आप आख्या सी वीर रस हो गया भी ये अमृत हुण मेरी तली ते भी पाओ, क्योंकि इसकी महानता का पता लग सके, इसकी वडियाई समझ में आ सके। वो बाटा साध संगत जी शाम को तैयार होना। सतगुर सच्चे पातशाह जी कृपा करन। आओ जो श्रीमुख बाग की बख्शिश हजूर ने की, भोग तो बाद अरदास बेनती की महाराज के चरणों में, सतगुर सच्चे पातशाह जी ने रहमत की है कुछ समय वास्ते। आओ साध संगत जी उस पवित्र मुख भाग के विचार श्रवण करके लाहा प्राप्त करिए जी। सतनाम श्री वाहिगुरु साहिब जी। जैत सरी महला पंजवा घर तीजा। एक ओंकार सतगुर प्रसाद। जैत श्री राग है साध संगत जी, पंजवें पातशाही का उच्चारण किया होया है, श्रीमुख वाक है। राग के तीसरे सुरताल अंदर या सुरताल के तीसरे घर में महाराज सच्चे पातशाह जी ने शब्द उच्चारण किया।
फिर मंगल करते हैं एक ओंकार सतगुर प्रसाद अद्वैत स्वरूप परमात्मा जो सर्ब का प्रकाश। सर्ब का प्रकाश का अर्थ है भाई जिन्हें सारी सृष्टि चेतनता बख्शी है, वो बख्शी हुई चेतनता करके आप बोलते पे, तुम सुनते पे जे। जदों वो चेतनता वापस ले लेगा ना, शरीर यही होना, ना देख सकता, ना सुन सकता, ना बोल सकता, बस परिवार कहता जी चढ़ाई कर गया, कुछ नहीं शरीर में निकलिया। अजे ब्लड भी गर्मी है, सर्कुलेशन जारी है, अजे होया की है, बस परमात्मा ने चेतनता वापस खिंच ली है। उही कान ने, उही नेत्र ने, कुछ नहीं देख सकते। सारे परिवार का वरलाप भी नहीं उस वे बंदा सुन सकता भी परिवार कारण की डिया, चेतनता ही वापस लै ली है ना। इसलिए परमात्मा को कहते हैं सर्वदा प्रकाश, जिन्हें सारा संसार प्रकाश किया, जिसकी दी हुई चेतनता करके साथ संगी आप खाते पीते बोलते उठते सुनते हैं, जिस करके दुख के सुख को अनुभव करते हैं। वो अकाल पुरख वाहिगुरू की कृपा साढ़े सारे उत्ते। सतगुर प्रसाद, प्रसाद के अर्थ ने कृपा। उस अकाल पुरख वाहिगुरू ने जिन्हें चेतनता बख्शिश की, अगर उन्होंने आप प्राप्त करना तो सतगुरु की कृपा चाहिए। बिना परमात्मा की कृपा के साथ संगी कभी भी अज तक किसी, बिना गुरु की कृपा के आपां अज तक कभी परमात्मा नहीं प्राप्त होया, किसी को नहीं होया। गुरबिन घोर आधार, गुरु बिन मुक्त ना पावे, महाराज जी ने आख्या। मिल ही नहीं सकती, परमात्मा मिले तो मुक्ति आवे ना। बिना गुरु के साथ संग की कृपा तो परमात्मा की प्राप्ति नहीं। ये मंगल करके अगे कृपा करते हैं। कोई जाना कवन इहा जग मीत, कहते कोई कह सकता भाई भाई इतने संसार के मित्र कौन है, कोई जानता नहीं, कोई संसार के मित्र नहीं, भुलेखा अपन पै सकता। कबीर साहब कहते हैं कबीर मित्र घनेरे कर थके, मेरा दुख घट है कोई। कबीर सिख साखा बहुते किए, केसो की ना मीत। मित्र तो परमात्मा से, उन्होंने तो बनाया ही नहीं। जिन्होंने आप साध संगत जी मित्र समझते ना, तीन मित्र बने गए ने मनुख दे। पहला धन माया वो, दूसरा वो संबंधी वो परिवार, तो तीसरे वो कर्म। विद्वान कहते हैं तीन बंदे मित्रता समझते हैं, इन्होंने तिना की लोग अपने नाल, तिना चीज़ों की मित्रता मानता संसार भी धन मेरा मित्र है, लोड़ पवेगी खर्चांगे कारज सवार लवांगे। महाराज जी के वचनों कहते हैं गुरमुखो ये धन तो उन्नी देर तक है जिन्नी देर शरीर है तुहाडा, बल्कि कई बार शरीर के होंदियां भी धन साध संगत जवाब दे जाता, बल्कि सारा कुछ कोल होंदियां भी धन एक धेले का काज नहीं सवार सकता, एक धेले का भी। सारा धन दे के साध संगत जी एक श्वास मुल नहीं लिया जा सकता। जो श्वास निकलते हो ना, बंदा आखे मेरी सारी माया लै लो तो सिर्फ मैंने 5-4 श्वास उधारे दे दिओ, नहीं मिल सकणगे, धन श्वास नहीं खरीद सकता। अखां की जोत चली जाए तो डॉक्टर कह देना कि कुछ नहीं हो सकता, पिछों जोत मुक गई है। सारी माया भी साध संगत जी दे के आप अखां दे विच प्रकाश नहीं लिया सकते। बोलण की शक्ति जिहदी चले जाती ना, कई जन्म तो ही गूंगे होंदे ने, बोल नहीं सकते। जिन्ना मर्जी धन खर्च लो साध संगत जी आवाज़ नहीं प्राप्त कर सकते। शरीर के होंदियां धन जवाब दे जाता। दूसरा मित्र मने गए ने संबंधी, तो उन्होंने तो साध संगत जी महाराज ने आख्या मार कट लग सब लोग कटंब मिल आगे हंस अकेला। कहते मड़िया मरकट दर्द होंदा मड़िया, शमशान घाट, शमशान घाट तक तेरे संबंधी तेरे नाल जा सकते हैं, वो तो अगे तो महाराज कहते ने हंस नूं अकेले नूं जाना पैना, उदों अगे कोई साथ नहीं दे सकेगा। मरकट लग सब लोग कुटंब मिल आगे हंस अकेला, क्योंकि उतों तक नहीं सारा कटंब जाएगा ना तेन छड्डण, उदों अगे नहीं कोई जा सकता। बल्कि महाराज बचन कहते सब कुछ जीवत को व्यवहार, जो जिन्ना व्यवहार है सिर्फ जिउंदियां जिउंदियां का ही है, उदों बाद साध संगत जी कोई किसी के काम नहीं आ सकता। तांते प्राण होत जब न्यारे टेरत प्रेत पुकार, क्योंकि शरीर तो प्राण न्यारे होए तो सारे ने प्रेत प्रेत कहना पिछे कहना। उही बंदा आता जो 4 दिन घर ना आवे तो घर के साथ संगत सुनेहा भेजते पुछते आंढ गुआंढ देखा नहीं कि भाई तुहाडे नाल गया सी, आया क्यों नहीं, परिवार प्रशादा नहीं छकदा। ਉਹੀ साध संगत जी चढ़ाई की तो महीना बाद दिखाई देने लग पे, तो बाबिया पिछे तुरे फिरदे जी घर नूं कील कराउणी सी दिखाई देंदा। बंदा तो वही है ना, सच है, हकीकत है। घर की नार बहुत है जासो सदा रहत संग लागी, जब ही हंस तजी है काया प्रेत प्रेत कर भागी। कहने लग पे ना परिवार दे जी कि हुण दिखाई देंदा जी, कोई कर दिओ मंत्र जंतर। बंदा तो वही भाई ने दिखाई देंदा, तुहाडा की चुक के लै चलिया, जिहदे बिना पहलां तुहाडा मन नहीं सी लगदा। 4 दिन ना आवे तो परिवार प्रशादा नहीं सी सकदा। हुण साध संगत जी जे चौथे दिन गेड़ा मारन आ जाए ना चढ़ाई करन तो बाद, तो परिवार कहता घर बदली कर लो, नवें थां चले जाने किते। संबंधी तो इत्थों तक है। तो तीसरे ने कर्म, हाँ कर्म जरूर साथ देंगे। पहले संबंधी मने गए साध संगत जी, पहला संबंधी मनिया गया धन,
ਦੂਜੇ ਆਪਣੇ ਮਿੱਤਰ ਮੰਨੇ ਗਏ ਸੰਬੰਧੀ, ਤੇ ਤੀਸਰੇ ਨੇ ਕਰਮ। ਉਹਨੂੰ ਜ਼ਰੂਰ ਬਾਬਾ ਫਰੀਦ ਜੀ ਨੇ ਆਖਿਆ, ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰਗਾਹ ਆਏ ਕੰਮ। ਜੇ ਕੋਈ ਚੰਗੇ ਕਰਮ ਕਰ ਲੇਗਾ ਤੇ ਇਹ ਮਿੱਤਰਤਾ ਨਿਭਾ ਜਾਂਦੇ ਨੇ ਪਰਲੋਕ ਵਿੱਚ ਵੀ, ਕਿਉਂਕਿ ਕੀਤਾ ਹੋਇਆ ਸਾਧ ਸੰਗਤ ਜੀ ਨਾਲ ਲੈ ਕੇ ਜਾਣਾ ਹੁੰਦਾ ਨਾ ਸਾਰਾ ਕੁਝ, ਜੋ ਕੁਝ ਵੀ ਆਪਾਂ ਇੱਥੇ ਕੀਤਾ। ਇਸੇ ਵੀ ਕਹਿੰਦੇ ਨੇ ਕਰਮ ਵਿਚਾਰ ਕੇ ਕਰਨੇ ਚਾਹੀਦੇ। ਮਹਾਰਾਜ ਨੇ ਕਿਹਾ ਕੌਣ ਜਾਣਦਾ ਭਾਈ, ਕੋਈ ਜਾਣੇ ਕੌਣ ਹੀ ਹਾਂ ਜਗ ਮੀਤ, ਕੌਣ ਜਾਣਦਾ ਸੰਸਾਰ ਤੇ ਕਿਹੜਾ ਮੇਰਾ ਮਿੱਤਰ ਹੈ। ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ, ਤਾ ਕੀ ਨਿਰਮਲ ਰੀਤ। ਜਿਸ ਉੱਤੇ ਅਕਾਲ ਪੁਰਖ ਵਾਹਿਗੁਰੂ ਕਿਰਪਾਲੂ ਹੋਵੇ ਸਾਧ ਸੰਗਤ ਜੀ, ਇਸ ਗੱਲ ਦੀ ਉਹਨੂੰ ਸਮਝ ਆਉਂਦੀ ਹੈ। ਭਾਵੇਂ ਆਪਾਂ ਆਖ ਲਿਆ, ਤੁਸੀਂ ਸੁਣ ਲਿਆ, ਪਰ ਇਹਦੇ ਨਾਲ ਨਹੀਂ ਕੋਈ ਜ਼ਰੂਰੀ ਆਪਣੀ ਸਮਝ 'ਚ ਗੱਲ ਬੈਠ ਹੀ ਜਾਏ ਵੀ ਹਾਂ ਸੰਸਾਰ ਦੇ ਮਿੱਤਰ ਕੋਈ ਨਹੀਂ ਗੁਰਮੁਖੋ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ। ਜਿਸ ਉੱਤੇ ਪ੍ਰਮਾਤਮਾ ਦੀ ਕਿਰਪਾ ਹੋਵੇਗੀ ਉਹ ਇਸ ਰੀਤੀ ਨੂੰ ਸਮਝ ਸਕਦਾ। ਜਿਸ ਹੋਏ ਕਿਰਪਾਲ ਸੋਈ ਵਿਦ ਬੁੱਝੈ, ਤਾਂ ਕਿ ਨਿਰਮਲ ਰੀਤ ਕਹਿੰਦੇ ਉਹਦਾ ਫਿਰ ਸਾਧ ਸੰਗਤ ਜੀ ਜੀਵਨ ਹੀ ਨਿਰਮਲ ਹੋ ਜਾਂਦਾ। ਜਿਹਨੇ ਸਮਝ ਆ ਜਾਏ ਨਾ ਵੀ ਪ੍ਰਮਾਤਮਾ ਤੋਂ ਮਹਾਰਾਜ ਤੋਂ ਬਿਨਾਂ ਮੇਰਾ ਸੱਜਣ ਕੋਈ ਨਹੀਂ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ, ਮਹਾਰਾਜ ਇਹ ਮੇਰੇ ਸੱਜਣ। ਹਾਂ ਬਾਕੀ ਤਾਂ ਸੰਜੋਗਾਂ ਕਰਕੇ ਸਾਰਾ ਕੁਝ ਮਿਲਿਆ ਮੈਨੂੰ, ਬਾਕੀ ਵੈਰੀ ਨਹੀਂ। ਇਹਦਾ ਅਰਥ ਇਹ ਨਹੀਂ ਕਿ ਪਰਿਵਾਰ ਕੋਈ ਸਾਧ ਸੰਗਤ ਜੀ ਸਾਡਾ ਦੁਸ਼ਮਣ ਹੈ, ਨਹੀਂ ਨਹੀਂ। ਇੰਨਾ ਪਤਾ ਹੋਣਾ ਚਾਹੀਦਾ ਵੀ ਸਹਾਇਤਾ ਆਖਰ ਮੇਰੇ ਪ੍ਰਮਾਤਮਾ ਨੇ ਹੋਣਾ ਗੁਰਮੁਖੋ। ਜੇ ਸਮਝ 'ਚ ਆ ਜਾਏ ਨਾ, ਸਾਰਿਆਂ ਦੇ ਸਮਝ 'ਚ ਨਹੀਂ ਇਹ ਗੱਲ ਸਾਧ ਸੰਗਤ ਜੀ ਆਉਂਦੀ ਹੁੰਦੀ। ਕਹਿੰਦੇ ਨੇ ਉਹ ਜਿਸ ਉੱਤੇ ਪ੍ਰਮਾਤਮਾ ਦੀ ਕਿਰਪਾ ਉਹ ਹਾਂ, ਜਾਂ ਇੱਦਾਂ ਹੋ ਜਾਂਦਾ ਵੀ ਕਦੇ ਕਦੇ ਆਪਾਂ ਆਖੀਏ ਨਹੀਂ ਨਹੀਂ ਇਹ ਤਾਂ ਮੇਰਾ ਘਰ, ਮੇਰਾ ਪਰਿਵਾਰ, ਮੇਰੇ ਬੱਚੇ, ਮੇਰੇ ਸੱਜਣ ਮਿੱਤਰ, ਜਦੋਂ ਕੋਈ ਠੋਕਰ ਵੱਜਦੀ ਸਾਧ ਸੰਗਤ ਜੀ ਫਿਰ ਕਈ ਵਾਰ ਅੱਖਾਂ ਖੁੱਲ ਜਾਂਦੀਆਂ ਕਿ ਨਹੀਂ ਨਹੀਂ ਕੋਈ ਨਹੀਂ ਮੇਰਾ ਭਾਈ, ਭੁਲੇਖਾ ਹੀ ਸੀ ਇੱਕ ਸਮਝਦੇ ਰਹੇ ਹਾਂ, ਅਸਲ 'ਚ ਸੰਸਾਰ ਤੇ ਮੇਰਾ ਕੋਈ ਨਹੀਂ। ਸੁਖ ਮੈਂ ਆਣ ਬਹੁਤ ਮੇਰੇ ਬੈਠ ਰਹਿ ਚਾਹੂ ਦਿਸ ਕੇ ਹੈ। ਪਤਾ ਕਦੋਂ ਲੱਗਦਾ ਸੱਜਣਾ ਦਾ, ਬਿਪਤ ਪਰੀ ਸਭ ਹੀ ਸੰਗ ਛੱਡ। ਮਹਾਰਾਜ ਦੀ ਬਾਣੀ ਹੈ, ਕਹਿੰਦੇ ਸੁਖ ਹੈ ਉਦੋਂ ਤਾਂ ਚਾਰ ਕੇ ਫਿਰ ਬਹੁਤ ਬੈਠਣਗੇ। ਉਦੋਂ ਤਾਂ ਸਾਰਿਆਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਆਖਿਆ ਨਾ ਭਈ ਆਹ ਸਾਡੀ ਭੂਆ ਜਿਹੜੀ ਬੈਠੀ ਹੈ, ਤੇ ਮੈਂ ਇੱਕ ਵਾਰ ਇਹਨਾਂ ਦਾ ਰਾਤ ਦਰਵਾਜ਼ਾ ਖੜਕਾ ਦਿੱਤਾ ਸੀ, ਤੇ ਦਰਵਾਜ਼ਾ ਖੜਕਾ ਕੇ ਆਖਿਆ ਸੀ ਭੂਆ ਜੀ ਮੈਂ ਜਰਨੈਲ ਹਾਂ, ਤੇ ਹਨੇਰਾ ਹੋ ਗਿਆ ਪਿੰਡ ਨੂੰ ਜਾਂਦੇ ਤੇ ਮੈਂ ਰਾਤ ਰਹਿਣਾ। ਤਾਂ ਉਹਨਾਂ ਨੇ ਆਖਿਆ ਸੀ ਜਰਨੈਲ ਸਾਹਿਬ ਅਸੀਂ 9 ਵਜੇ ਤੋਂ ਬਾਅਦ ਨਹੀਂ ਕਦੀ ਮੁੰਡਾ ਖੋਲਿਆ, ਸਕੀ ਭੂਆ ਨੇ। ਤੇ ਉਹਨਾਂ ਨੇ ਆਖਿਆ ਆ ਸਾਧ ਸੰਗਤ ਜੀ ਆ ਬੈਠੀ ਜੇ ਭੂਆ, ਕੋਈ ਕੰਮ ਲੈ ਕੇ ਆਈ ਅੱਜ ਆਪਣਾ। ਜਦ ਸੋਖਿਆ ਉਦੋਂ ਤਾਂ ਸਾਰੇ ਹੀ ਬਿਪਤਾ ਵੇਲੇ ਕੋਈ ਬਿਪਤ ਭਾਈ ਸਭ ਹੀ ਸੰਗ ਛੱਡ। ਬਿਪਤਾ ਪੈ ਗਈ ਫਿਰ ਤਾਂ ਸਾਧ ਸੰਗਤ ਜੀ ਮੁੱਖ ਮੋੜ ਜਾਂਦੇ ਸਾਰੇ। ਹਾਂ ਫਿਰ ਮਹਾਰਾਜ ਨਹੀਂ ਮੁੱਖ ਮੋੜਦੇ, ਗੁਰੂ ਆਪਣਾ ਰਹਿੰਦਾ। ਕਹਿੰਦੇ ਜਿਹਨੂੰ ਇਸ ਗੱਲ ਦੀ ਸਮਝ ਆ ਗਈ ਉਹਦਾ ਜੀਵਨ ਨਿਰਮਲ ਹੋ ਜਾਂਦਾ ਹੈ ਜੀ। ਬਸਰਾਮ ਦੇਵ ਤੇ ਕਿਰਪਾ ਕਰਦੇ ਹਨ ਮਹਾਰਾਜ। ਮਾਤ ਪਿਤਾ ਬੰਤਾ ਸੁਧ ਬੰਧਤ। ਕਹਿੰਦੇ ਮਾਤਾ ਪਿਤਾ ਬੰਤਾ ਇਸਤਰੀ ਨੂੰ ਕਹਿੰਦੇ, ਮਾਤਾ ਪਿਤਾ ਇਸਤਰੀ ਪੁੱਤਰ ਤੇ ਜਿਹੜੇ ਸੰਬੰਧੀ ਹਨ ਇਸ਼ਟ ਮੀਤ ਅਰ ਭਾਈ। ਬਹੁਤ ਪਿਆਰੇ ਮਿੱਤਰ ਤੇ ਸਕੇ ਭਰਾ ਹਨ ਜੋ ਆਪਣੇ ਪੂਰਵ ਜਨਮ ਕੇ ਮਿਲੇ ਸੰਜੋਗੀ। ਕਹਿੰਦੇ ਤੇ ਪੂਰਬਲੇ ਜਨਮ ਦੇ ਸੰਜੋਗ। ਉਵੇਂ ਸੰਜੋਗੀ ਦਾ ਅਰਥ ਹੁੰਦਾ ਸਾਧ ਸੰਗਤ ਜਿਹੜੇ ਗ੍ਰਹਿ ਨਛੱਤਰਾਂ ਦੀ ਚਾਲ ਅਨੁਸਾਰ ਜਿਹੜਾ ਇਹ ਕਰਮਗਤੀ ਮੰਨਦੇ ਨਾ ਜੋਤਸ਼ੀ ਲੋਕ, ਉਹਨਾਂ ਦਾ ਇਹ ਬਣਾਇਆ ਹੋਇਆ ਸ਼ਬਦ ਹੈ ਸੰਜੋਗ। ਇੱਥੇ ਸੰਜੋਗ ਦਾ ਅਰਥ ਆਪਾਂ ਕਰਾਂਗੇ ਭਾਗਾਂ ਨਾਲ, ਕਿਸਮਤ ਨਾਲ, ਕਰਮਾਂ ਕਰਕੇ, ਆਪਣੇ ਕਰਮਾਂ ਦੇ ਲੈਣੇ ਦੇਣੇ ਦੇ ਗੇੜ ਕਰਕੇ ਮਾਤਾ ਪਿਤਾ ਧੀਆਂ ਪੁੱਤਰ ਭੈਣ ਭਰਾ ਤੇ ਸੰਬੰਧੀ ਮਿਲਦੇ ਹਨ ਸੰਸਾਰ ਤੇ ਜੀ। ਅੰਤਹ ਕੋ ਨਾ ਸਹਾਈ। ਕਹਿੰਦੇ ਪੱਲੇ ਬੰਨਣ ਵਾਲਾ ਬਚਨ ਇਹ ਹੈ ਕਿ ਅੰਤ ਨੂੰ ਇਹਨਾਂ ਵਿੱਚੋਂ ਸਹਾਇਤਾ ਕਿਸੇ ਨੇ ਨਹੀਂ ਕਰਨੀ। ਠੀਕ ਹੈ ਪਰਿਵਾਰ ਆਪਣਾ ਹੀ ਹੈ, ਪਰਿਵਾਰ ਦਾ ਮੈਂ ਅੱਗੇ ਵੀ ਇੱਕ ਵਾਰੀ ਬਚਨ ਸੁਣਾਇਆ ਸੀ, ਹੁਣ ਮੈਨੂੰ ਯਾਦ ਆ ਗਿਆ ਕਿਉਂਕਿ ਸਮੇਂ ਤੇ ਢੁਕਵਾਂ। ਪਰਿਵਾਰ ਵੀ ਜ਼ਹਿਰ ਨਹੀਂ ਹੁੰਦਾ, ਅੰਮ੍ਰਿਤ ਬਣ ਸਕਦਾ ਜੇ ਆਪਣੀ ਸਮਝ ਸਾਧ ਸੰਗਤ ਦੀ ਸਹੀ ਹੋ ਜਾਵੇ ਤੇ। ਇੱਕ ਮਹਾਂਪੁਰਸ਼ ਨੇ ਆਪਣੇ ਇੱਕ ਚੇਲੇ ਨੂੰ ਉਹਨੇ ਆਖਿਆ ਬਈ ਇਹ ਕੁਝ ਖਾਣ ਨੂੰ ਜੀ ਕਰਦਾ ਜੀ, ਤੂੰ ਉਹਨਾਂ ਨੇ 1 ਰੁਪਈਆ ਦਿੱਤਾ। ਰੁਪਈਆ ਦੇ ਕੇ ਤੇ ਕਹਿੰਦੇ ਚੱਲ ਇਹਦੇ ਪੇੜੇ ਲੈ ਆ, ਖੋਏ ਦੇ ਪੇੜੇ। ਉਹ ਪੇੜੇ ਲੈਣ ਵਾਸਤੇ ਗਿਆ ਤੇ 4 ਪੇੜੇ ਆਏ ਉਹਨੇ ਲੈਣ ਦੇ। ਜਦੋਂ ਲੈ ਕੇ ਤੁਰਿਆ ਪੇੜੇ ਮਹਾਂਪੁਰਸ਼ ਵੱਲ ਨੂੰ, ਤੇ ਹੁਣ ਮੂੰਹ 'ਚ ਆ ਗਿਆ ਪਾਣੀ ਖੋਏ ਦੇ ਪੇੜੇ ਨੂੰ। ਕਿ ਅੱਜ ਕੱਲ੍ਹ ਤਾਂ ਵਾਧੂ ਸਾਧ ਸੰਗਤ ਪਦਾਰਥ ਹੋਏ ਫਿਰਦੇ, ਆਪਾਂ ਨੂੰ ਪਤਾ ਅੱਜ ਤੋਂ 20 ਸਾਲ ਪਿੱਛੇ ਚੱਲ ਗਏ ਤੇ ਜਾਲੀ ਨੂੰ ਤਾਂ ਰਸਗੁੱਲਾ ਮਿਲ ਜਾਂਦਾ ਸੀ, ਬਾਕੀ ਤਾਂ ਸਾਰੇ ਮੇਲ ਨੂੰ ਬੂੰਦੀ ਦਾ ਸ਼ੱਕਰ ਪਾਰੇ ਦਿੰਦੇ ਸੀ। ਇਹੀ ਮਠਿਆਈ ਸੀ ਆਪਣੇ ਪਿੰਡਾਂ ਵਾਲਿਆਂ ਦੀ ਹਕੀਕਤ ਆ। ਇੱਥੇ ਜਿੰਨਾ ਕੋ ਮਰਜ਼ੀ ਆਖੀ ਜਾਏ ਐਂ ਕਰ ਦਿਆਂਗੇ ਐਂ ਕਰ ਦਿਆਂਗੇ, ਆਪਾਂ ਦੇਖਿਆ ਹੀ ਹੈ। ਉਹ ਪੇੜਾ ਵੇਖ ਕੇ ਮਨ ਜੀ ਕੀਤਾ ਤਾਂ ਉਹਨੇ ਇੱਕ ਪੇੜਾ ਛੱਕ ਲਿਆ। ਪੇੜਾ ਸਵਾਦ ਲੱਗਾ, ਇੱਕ ਛੱਕ ਲਿਆ, ਫਿਰ ਉਹਨੇ ਦੂਜਾ ਵੀ ਛੱਕ ਲਿਆ। ਤੇ 2 ਪੇੜੇ ਲਿਜਾ ਕੇ ਤੇ ਸੰਤਾਂ ਦੇ ਅੱਗੇ ਰੱਖ ਕੇ ਕਹਿੰਦਾ ਜੀ ਆਓ, ਕਹਿੰਦੇ ਰੁਪਈਏ ਦੇ 2 ਹੀ ਪੇੜੇ ਗੁਰਮੁਖਾ। ਕਹਿੰਦਾ ਨਹੀਂ ਜੀ 4 ਆਏ ਸੀ ਤੇ ਕਹਿੰਦੇ 2 ਮੈਂ ਛੱਡ ਗਿਆ ਜੀ। ਕਹਿੰਦੇ 2 ਕਿਉਂ ਤੂੰ ਛੱਡ ਗਿਆ? ਕਹਿੰਦਾ ਜੀ ਦੇਖੋ ਆਪਾਂ 2 ਬੰਦੇ ਹਨ, 2 ਹੀ ਤੀਜਾ ਤਾਂ ਹੈ ਕੋਈ ਨਹੀਂ, ਤੇ ਚਾਹੋ ਤਾਂ 2 ਤਾਂ ਮੇਰੇ ਹੈ ਹੀ ਆਏ ਸੀ, 2 ਤੁਹਾਡੇ 2 ਮੇਰੇ, 2 ਮੈਂ ਛੱਡ ਗਿਆ। ਕਹਿੰਦੇ ਕਿੱਦਾਂ ਛੱਡ ਗਿਆ ਤੂੰ 2?
ਉਹਨੇ ਫੜ ਕੇ ਤੀਜਾ ਮੂੰਹ ਪਾ ਕੇ ਆਖਿਆ ਇੱਦਾਂ ਛੱਡ ਗਿਆ। ਉਹ ਕਹਿੰਦੇ ਕੋਈ ਗੱਲ ਨਹੀਂ, ਛੱਕ ਲੈ ਭਾਵੇਂ ਸਾਰੇ ਤੂੰ ਛੱਕ ਲੈ, ਪਰ ਤੂੰ ਮਰਿਆਦਾ ਤੋੜੀ, ਇਸ ਕਰਕੇ ਤੈਨੂੰ ਪਾਪ ਲੱਗਣਾ। ਪੇੜੇ ਤੂੰ ਹੀ ਛੱਕ ਲੈਨੋ, ਪਰ ਇੱਕ ਵਾਰੀ ਲਿਆ ਕੇ ਮੇਰੇ ਅੱਗੇ ਰੱਖ ਦੋ ਕਿਉਂਕਿ ਰੁਪਈਆ ਮੈਂ ਦਿੱਤਾ ਸੀ, ਤੇ ਫਿਰ ਮੇਰੇ ਕੋਲ ਪੁੱਛ ਕੇ ਛੱਕ ਲਓ, ਤੂੰ ਛੱਕ ਲੈਨੋ, ਫਿਰ ਛੱਕ ਵੀ ਲੈਨੋ ਤੇ ਪਾਪ ਵੀ ਕੋਈ ਨਹੀਂ ਸੀ। ਪਰਿਵਾਰ ਪਰਮਾਤਮਾ ਦਾ ਦਿੱਤਾ, ਇਹਦੇ 'ਚ ਕੋਈ ਸ਼ੰਕਾ ਨਹੀਂ। ਆਪਾਂ ਨੂੰ ਧੀਆਂ ਪੁੱਤਰ ਪਰਮਾਤਮਾ ਦੇ ਦਿੱਤੇ ਨੇ, ਪਰ ਜੇ ਇਹ ਸੋਚੀਏ ਨਾ ਵੀ ਪਹਿਲਾਂ ਦੇਣ ਵਾਲੇ ਨੂੰ ਨਮਸਕਾਰ ਹੈ ਫਿਰ ਉਹਦੇ ਦਿੱਤੇ ਹੋਏ ਨੂੰ, ਤੇ ਫਿਰ ਪਰਿਵਾਰ ਅੰਮ੍ਰਿਤ ਹੈ। ਜੇ ਪਰਿਵਾਰ 'ਚ ਤੇਰਾ ਜੇ ਦੇਣ ਵਾਲੇ ਦਾ ਚੇਤਾ ਭੁੱਲ ਜਾਏ ਫਿਰ ਪਰਿਵਾਰ ਹੀ ਜ਼ਹਿਰ ਹੈ। ਗੱਲ ਸਿਰਫ ਇੰਨੀ ਹੈ। ਮਹਾਰਾਜ ਦੇ ਵਚਨ ਕਹਿੰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ। ਜਦੋਂ ਨਹੀਂ ਉਦੋਂ ਤਾਂ ਮੰਗਦੇ ਆ ਨਾ, ਨੱਕ ਰਗੜ ਕੇ ਮਹਾਰਾਜ ਕਰੋ ਕਿਰਪਾ, ਮਹਾਰਾਜ ਮੰਗਣਾ ਚਾਹੀਦਾ, ਮਹਾਰਾਜ ਤੋਂ ਮੰਗਣਾ ਆਪਾਂ ਮੰਗਦੇ ਆ ਅਰਦਾਸਾਂ ਕਰਾਉਣੇ ਆ, ਪਰ ਜਦੋਂ ਹੋ ਜਾਵੇ ਤੇ ਫਿਰ ਵੀ ਸਾਧ ਸੰਗਤ ਜੀ ਮਹਾਰਾਜ ਨੂੰ ਸਭ ਤੋਂ ਪਹਿਲਾਂ ਨਮਸਕਾਰ ਕਰਨੀ ਚਾਹੀਦੀ। ਮਹਾਰਾਜ ਤੁਸਾਂ ਬਖਸ਼ਿਆ, ਪਰ ਲੋਕ ਇਦਾਂ ਕਰਦੇ ਨਹੀਂ, ਮਾਫ ਕਰਨਾ। ਪਹਿਲਾਂ ਅਰਦਾਸਾਂ ਬੜੀਆਂ ਕਰਦਾ, ਜਦੋਂ ਪੁੱਤਰ ਹੋ ਜਾਏ ਤਾਂ ਫਿਰ ਹਾਲ ਬੁੱਕ ਕੀਤਾ ਹੁੰਦਾ, ਤੇ ਫਿਰ ਉੱਥੇ ਸੱਦੇ ਪਜਾਉਂਦੇ ਆ, ਉੱਥੇ ਢੋਲ ਖੜਕਦਾ, ਫਿਰ ਸਾਧ ਸੰਗਤ ਜੀ ਉੱਥੇ ਜਿਹੜਾ ਫਿਰ ਹੱਥ ਫੜ ਫੜ ਕੇ ਨਾਚ ਹੁੰਦਾ। ਆਪਾਂ ਦੇਖਦੇ ਹੀ ਆਪਣੇ ਹੋ ਰਿਹਾ ਕਮਿਊਨਿਟੀ 'ਚ ਸਾਰਾ ਕੁਝ। ਇਹਦਾ ਅਰਥ ਕੀ ਨਿਕਲਿਆ? ਆਪਾਂ ਲੋਨ ਲਿਆ ਸੀ ਸਾਧ ਸੰਗਤ ਜੀ HSBC ਬੈਂਕ, ਚਲੋ ਆਪਾਂ ਪੰਜਾਬ ਦੀ ਗੱਲ ਕਰਦੇ, ਆਪਾਂ ਲੋਨ ਲਿਆ ਸਾਧ ਸੰਗਤ ਜੀ ਪੰਜਾਬ ਐਂਡ ਸਿੰਧ ਬੈਂਕ ਤੋਂ, ਤੇ ਕਿਸ਼ਤਾਂ ਕਿੱਥੇ ਮੋੜਨ ਜਾਂਦੇ ਆ? ਬੈਂਕ ਆਫ ਪੰਜਾਬ 'ਚ। ਤੇ ਉਹ ਲੈ ਲੈਣਗੇ, ਕਰਜ਼ਾ ਉਤਰ ਜਾਏਗਾ ਆਪਣਾ? ਨਹੀਂ। ਉਹ ਕਹਿਣਗੇ ਭਾਈ ਜਿਹੜੀ ਬੈਂਕ ਤੋਂ ਕਰਜ਼ਾ ਲਿਆ ਕਿਸ਼ਤ ਉਹਨੂੰ ਜਾ ਕੇ ਮੋੜੋ, ਤਾਂ ਕਰਜ਼ੇ ਤੋਂ ਸੁਰਖਰੂ ਹੋਵੋਗੇ। ਜਿੱਥੋਂ ਨੱਕ ਰਗੜ ਕੇ ਪ੍ਰਾਪਤ ਕੀਤਾ, ਲੰਗਰ ਵੀ ਉੱਥੇ ਹੀ ਕਰਵਾਉਣਾ ਚਾਹੀਦਾ। ਉੱਥੇ ਸੰਗਤ ਦੇ ਆਣ ਕੇ ਜੋੜੇ ਝਾੜੋ, ਉੱਥੇ ਆਣ ਕੇ ਸਾਧ ਸੰਗਤ ਸੁਖਮਨੀ ਸਾਹਿਬ ਕਰਵਾਉਣਾ ਚਾਹੀਦਾ, ਉੱਥੇ ਰਖਵਾਓ ਸਹਿਜ ਪਾਠ। ਜੇ ਮਹਾਰਾਜ ਨੇ ਬਲ ਬਖਸ਼ਿਆ ਤੇ ਅਖੰਡ ਪਾਠ ਫਿਰ ਉੱਥੇ ਹੀ ਹੋਵੇ। ਸੰਗਤ ਨੂੰ ਸੱਦ ਕੇ ਸੇਵਾ ਕਰੋ, ਉਹਨਾਂ ਨੂੰ ਛਕਾਓ ਉੱਥੇ ਪਦਾਰਥ, ਪਤਾ ਲੱਗੇ ਵੀ ਮਹਾਰਾਜ ਨੇ ਇਹਨਾਂ ਨੂੰ ਪੁੱਤਰ ਬਖਸ਼ਿਆ, ਤੇ ਭਾਈ ਧੰਨਵਾਦ ਕਰਦੇ ਭਾਈ ਗੁਰੂ ਸਾਹਿਬ ਦਾ ਤੇ ਉਹਦੀਆਂ ਸੰਗਤਾਂ ਦਾ। ਫਿਰ ਨਹੀਂ ਜਾ ਰਹੇ, ਫਿਰ ਅੰਮ੍ਰਿਤ ਹੀ ਹੈ। ਨਹੀਂ ਤੇ ਮਹਾਰਾਜ ਕਹਿੰਦੇ ਪੁੱਤਰ ਕਲਤਰ ਲక్ష్ਮੀ ਮਾਇਆ, ਇਨ ਤੇ ਕਹੋ ਕਵਣਿਆ ਸੁਖ ਪਾਇਆ। ਜਿਹੜੇ ਸਿਰਫ ਧੀਆਂ ਪੁੱਤਰਾਂ ਨੂੰ ਹੀ ਆਪਣਾ ਮੰਨ ਲੈਣ ਤੇ ਦੇਣ ਵਾਲੇ ਦਾ ਚੇਤਾ ਭੁਲਾ ਦੇਣ। ਹਜੂਰ ਕਹਿੰਦੇ ਇੱਕ ਬੰਦਾ ਦੱਸ ਦਿਓ ਸਾਰੇ ਸੰਸਾਰ ਤੇ ਜਿਹਨੂੰ ਇਹਨਾਂ ਕਰਕੇ ਸੁਖ ਮਿਲਿਆ ਹੋਵੇ। ਪਰ ਜਿਨ੍ਹਾਂ ਨੇ ਸਮਝਿਆ ਨਾ ਕਿ ਦੇਣ ਵਾਲੇ ਨੂੰ ਨਮਸਕਾਰ ਕੀਤੀ, ਉਹਨਾਂ ਨੇ ਵੀ ਬਚਨ ਮਹਾਰਾਜ ਕਹਿੰਦੇ ਉਹਨਾਂ ਵਾਸਤੇ ਉਹ ਗੁਰਮੁਖੋ ਅੰਮ੍ਰਿਤ ਹੈ। ਕਹਿੰਦੇ ਪੁੱਤਰ ਕਲਤਰ ਵਿਚੇ ਗਤ ਪਾਈ। ਪਰਿਵਾਰ 'ਚ ਰਹਿੰਦੇ ਆਨੰਦ 'ਚ ਚਲਿਆ ਜਾਂਦਾ ਬੰਦਾ, ਉਹ ਪਰਿਵਾਰ ਸਾਧ ਸੰਗਤ ਜੀ ਅਸਲ ਵਿੱਚ ਅੰਮ੍ਰਿਤ ਬਣ ਜਾਂਦਾ। ਪਰ ਦੇਣ ਵਾਲੇ ਦਾ ਤਾਂ ਚੇਤਾ ਹੋਵੇ। ਜੇ ਦੇਣ ਵਾਲੇ ਦਾ, ਜੇ ਦਾਤ ਆਪਾਂ ਲੈ ਲਈ ਉਹਦੇ ਕੋਲੋਂ, ਫਿਰ ਦਾਤ ਤਾਂ ਪਿਆਰੀ ਹੋ ਜਾਂਦੀ ਹੈ। ਮੇਰਾ ਪੁੱਤਰ, ਮੇਰਾ ਫਲਾਣਾ, ਤੇ ਜਿਹਨੇ ਦਿੱਤਾ ਉਹਦਾ ਚੇਤਾ ਭੁੱਲ ਗਿਆ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣਿਆ ਨਹੀਂ ਮਰਨ ਵਿਚਾਰਾ। ਕਹਿੰਦੇ ਵਿਚਾਰੇ ਨੂੰ ਪਤਾ ਹੀ ਨਹੀਂ ਕਿ ਅਸਲ ਵਿੱਚ ਮੈਨੂੰ ਕਰਨਾ ਕੀ ਚਾਹੀਦਾ ਸੀ, ਹੁਣ ਜੇ ਮਿਲ ਗਿਆ। ਧੰਨਵਾਦ ਕਰਨਾ ਚਾਹੀਦਾ ਸੀ ਮਹਾਰਾਜ ਦਾ, ਕਿਉਂਕਿ ਲੈਣਾ ਤਾਂ ਮਹਾਰਾਜ ਤੋਂ ਹੀ ਨਾ, ਦੇ ਤੇ ਗੁਰੂ ਸਾਹਿਬ ਨੇ ਸਾਰਾ। ਅਰਦਾਸਾਂ ਤਾਂ ਉੱਥੇ ਕਰਦੇ ਨਾ ਆਪਾਂ। ਇਸ ਕਰਕੇ ਜਿੰਨੇ ਬਾਕੀ ਮਿਲੇ ਨਾ, ਇਸ਼ਟ ਮਾਲ ਪਿਤਾ ਬੰਤਾ ਸੁਤ ਬੰਧ ਵਿਸ਼ਟ ਨੀਤਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਕਹਿੰਦੇ ਅੰਤ ਨੂੰ ਕਿਸੇ ਨੇ ਬਾਹ ਨਹੀਂ ਫੜਨੀ, ਸੰਸਾਰ ਵਿੱਚ ਮਿਲੇ ਨੇ, ਇਸ ਕਰਕੇ ਸੰਸਾਰੀ ਸੰਬੰਧ ਹੈ, ਪਾਲਣਾ ਕਰਨੀ ਚਾਹੀਦੀ ਹੈ, ਪ੍ਰੇਮ ਕਰਨਾ ਚਾਹੀਦਾ, ਪਰ ਪਰਮਾਤਮਾ ਦਾ ਪਹਿਲਾਂ ਧੰਨਵਾਦ ਕਰਨਾ ਚਾਹੀਦਾ ਜੀ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਕਹਿੰਦੇ ਸੁੱਚੇ ਮੋਤੀਆਂ ਦੀਆਂ ਮਾਲਾ ਕੋ ਗਲ 'ਚ ਪਾਈ ਫਿਰੇ, ਸੋਨਾ ਸਾਧ ਸੰਗਤ ਜੀ ਪਾਈ ਫਿਰੇ। ਜਿੰਨਾ ਬਾਅਦ ਥੋੜੇ ਦਿਨ ਖਬਰ ਆਈ, ਮੈਨੂੰ ਚੇਤਾ ਆ ਗਿਆ, ਉਹਨੇ ਕਿਸੇ ਨੇ ਆਪਣੀ ਸ਼ਰਟ ਨੂੰ 4 ਕਿਲੋ ਸੋਨਾ ਲਵਾ ਲਿਆ। ਆ ਥੋੜੇ ਦਿਨਾਂ ਦੀ ਹਫ਼ਤੇ ਤੁਸੀਂ ਦੇਖੀ ਹੋਣੀ ਜ਼ਰੂਰ। 4 ਕਿਲੋ ਕਹਿੰਦਾ ਮੇਰੀ ਆਹ ਲੱਗਾ ਮੇਰੀ ਸ਼ਰਟ ਨੂੰ, ਤੇ 2 ਕਿਲੋ ਮੈਂ ਹਰ ਵੇਲੇ ਪਾ ਕੇ ਰੱਖਦਾ। 6 ਕਿਲੋ ਸੋਨਾ ਚੱਕੀ ਫਿਰਦਾ। ਬੰਦਾ ਪੁੱਛੇ ਤੈਨੂੰ ਸੱਚਖੰਡ ਲੈ ਜਾਏਗਾ ਇਹ ਸੋਨਾ? ਪਤਾ ਉਦੋਂ ਲੱਗਦਾ ਜਦੋਂ ਖਬਰ ਆਉਂਦੀ ਹੈ ਵੀ ਮੋਟਰਸਾਈਕਲ ਵਾਲੇ ਆਏ, ਕੰਨ ਵੀ ਨਾਲ ਹੀ ਲੈ ਗਏ। ਚਲੋ ਵਾਲੀ ਤੋਂ ਉਹਨਾਂ ਖੜਨੀ ਸੀ, ਉਹ ਭਾਵੇਂ ਨਕਲੀ ਹੋਵੇ, ਉਵੇਂ ਸ਼ੌਂਕ ਹੋ ਜਾਂਦਾ ਬੰਦੇ ਦੇ ਮਨ 'ਚ ਪਾਉਣ ਦਾ। ਮਾਤਾ ਗੰਗਾ ਜੀ ਨੇ ਪੰਜਵੇਂ ਪਾਤਸ਼ਾਹ ਨੂੰ ਆਖਿਆ ਵੀ ਸਾਰੀਆਂ ਸ਼ਹਿਰ ਦੀਆਂ ਜਿੰਨੀਆਂ ਬੀਬੀਆਂ ਨੇ, ਕਿਸੇ ਨੇ ਕੁਝ ਪਾਇਆ, ਕਿਸੇ ਨੇ ਕੁਝ ਪਾਇਆ, ਚਲੋ ਮੈਨੂੰ ਤੁਸੀਂ ਇੱਕ ਮਾਲਾ ਹੀ ਦੇ ਦਿਓ ਖਜ਼ਾਨੇ 'ਚੋਂ। ਆਪਣੇ ਤਾਂ ਪਦਾਰਥਾਂ ਦੀ ਕਮੀ ਕੋਈ ਨਹੀਂ, ਤੇ ਸਤਿਗੁਰੂ ਜੀ ਇੱਕ ਮਾਲਾ ਦਿਓ, ਮੈਂ ਵੀ ਗੱਲ 'ਚ ਪਾ ਲਾ, ਤਰਨ ਜਾਣਾ ਸੀ। ਮਹਾਰਾਜ ਨੇ ਆਖਿਆ ਭਈ ਗੰਗਾ ਜੀ ਤੁਹਾਨੂੰ ਇਕੱਲਿਆਂ ਨੂੰ ਜ਼ਰੂਰ ਦੇਣੀ ਹੈ, ਸਾਰਿਆਂ ਨੂੰ ਬੁਲਾਓ, ਸਾਰਿਆਂ ਨੂੰ ਦੇ ਦਿੰਦੇ। ਜਿਹੜੀਆਂ ਤੁਸੀਂ ਕਹਿੰਦੇ ਨਾ ਬੀਬੀਆਂ, ਉਹਨਾਂ ਨੂੰ ਵੀ ਲਾਇਓ। ਤੇ ਮਾਤਾ ਜੀ ਨੇ ਜਾ ਕੇ ਆਖਿਆ, ਸਾਡੇ ਮਾਤਾ ਜੀ ਨੇ ਮਹਾਰਾਜ ਦੇ ਮਹਿਲ ਆਖਿਆ ਵੀ ਆਓ ਸਾਰੀਆਂ ਜਾਣੀਆਂ। ਸਤਿਗੁਰੂ ਕਹਿੰਦੇ ਆ ਮਹਾਰਾਜ ਸੁਆਮੀ ਮੇਰੇ ਭਾਈ ਸਾਰਿਆਂ ਨੂੰ ਮਾਲਾ ਦੇਣੀ। ਆਈਆਂ ਦੌੜੀਆਂ ਬਹਿ ਗਈਆਂ। ਮਹਾਰਾਜ ਨੇ ਆਖਿਆ ਵੀ ਤੁਸੀਂ ਜੋ ਪਹਿਲਾਂ ਗਲਾਂ 'ਚ ਪਾਇਆ ਹੈ ਇਹਦਾ ਦੁੱਖ ਹੀ ਦੁੱਖ ਜੇ। ਕਹਿੰਦੇ ਉਹ ਕਿਵੇਂ ਜੀ? ਕਹਿੰਦੇ ਵੀ ਜੇ ਰੱਖ ਕੇ ਭੁੱਲ ਗਏ ਤਾਂ ਵੀ ਦੁੱਖ, ਜੇ ਕੋਈ ਖੋ ਕੇ ਲੈ ਗਿਆ ਤਾਂ ਵੀ ਦੁੱਖ, ਜੇ ਗਵਾਚ ਗਿਆ ਤਾਂ ਵੀ ਦੁੱਖ, ਜੇ ਨਹੀਂ ਮਿਲਦਾ ਤਾਂ ਵੀ ਦੁੱਖ, ਜੇ ਮਿਲ ਗਿਆ ਤੇ ਸਾਂਭਣ ਦਾ ਦੁੱਖ। ਇਹਨੇ ਤਾਂ ਦੁੱਖ ਹੀ ਦੇਣਾ। ਤੇ ਤੁਹਾਨੂੰ ਜਿਹੜੀ ਅਸੀਂ ਮਾਲਾ ਦੇਣ ਲੱਗੇ ਆ ਨਾ, ਇਹ ਇਕੱਲੀ ਇਸ ਲੋਕ ਵਿੱਚ ਨਹੀਂ, ਪਰਲੋਕ ਵਿੱਚ ਵੀ ਤੁਹਾਡੀ ਸਹਾਇਤਾ ਕਰੇਗੀ। ਉਸ ਵੇਲੇ ਪੰਜਵੇਂ ਪਾਤਸ਼ਾਹ ਜੀ ਨੇ 52 ਅੱਖਰੀ ਉਚਾਰਨ ਕੀਤੀ ਸਾਧ ਸੰਗਤ ਜੀ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਸਹੋਦਰਾ।
52 ਅੱਖਰੀ ਉਚਾਰਨ ਕੇ ਕਰਕੇ ਆਖਿਆ ਮਹਾਰਾਜ ਨੇ ਲਓ ਇਹਨੂੰ ਤੁਸੀਂ ਪੜ੍ਹਿਆ ਕਰੋ, ਇਹ ਐਸੀ ਗਲ ਦੀ ਮਾਲਾ ਹੈ ਜਿਹੜੀ ਇਸ ਲੋਕ ਵਿੱਚ ਨਹੀਂ ਪਰਲੋਕ ਵਿੱਚ ਵੀ ਤੁਹਾਡਾ ਭਲਾ ਕਰੇਗੀ। ਕਹਿੰਦੇ ਕੋ ਪਾਈ ਫਿਰੇ ਮੁਕਤ ਮਾਲ, ਮੁਕਤ ਮੋਤੀਆਂ ਨੂੰ ਕਹਿੰਦੇ ਮੋਤੀਆਂ ਦੀਆਂ ਮਾਲਾ ਪਾਈਆਂ ਹੁੰਦੀਆਂ ਨਾ। ਰਾਜਾ ਸ਼ੇਰ ਸਿੰਘ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਗਿਆ ਤੇ ਉਹਦੇ ਗਲ 'ਚ ਸੁੱਚੇ ਮੋਤੀਆਂ ਦੀ ਮਾਲਾ ਸੀ। ਅੱਜ ਵੀ ਜਦੋਂ ਜਲਾਓ ਲੱਗਦਾ ਤਾਂ ਸਾਧ ਸੰਗਤ ਉੱਥੇ ਮਾਲਾ ਉਹ ਰੱਖੀ ਹੁੰਦੀ ਜਲਾਓ ਵੇਲੇ, ਚਾਂਦੀ ਦੇ ਬਾਟੇ, ਸੋਨੇ ਦੀਆਂ ਕਈਆਂ, ਤੇ ਉਹ ਨੀਲਮ ਜਿਹੜਾ ਮੋਰ ਤੇ ਉਹ ਮਾਲਾ ਸਾਰਾ ਕੁਝ ਕੱਢ ਕੇ ਰੱਖਦੇ ਆ। ਉਹ ਮੱਥਾ ਟੇਕਣ ਵਾਸਤੇ ਗਿਆ ਤੇ ਹੁਣ ਜਿਹੜੇ ਰਾਜੇ ਮਹਾਰਾਜੇ ਹੁੰਦੇ ਸਾਧ ਸੰਗਤ ਜੀ, ਇਹ ਇਹਨਾਂ ਦੀ ਜੇਬ 'ਚ ਆਪਣੀ 'ਚ ਨਹੀਂ ਪੈਸੇ ਰੱਖਦੇ, ਨਾਲ ਸੇਵਾਦਾਰ ਹੁੰਦਾ। ਜੋੜਾ ਲਾ ਕੇ ਜਦੋਂ ਮੱਥਾ ਟੇਕਣ ਤੁਰਿਆ ਜਾਂਦਾ ਸੀ ਤੇ ਉਹ ਝਾਤੀ ਮਾਰੀ ਸੇਵਾਦਾਰ ਪਿੱਛੇ ਰਹਿ ਗਿਆ ਤੇ ਉਧਰੋਂ ਮਹਾਰਾਜ ਦੇ ਦਰਬਾਰ ਪਹੁੰਚ ਗਿਆ। ਉਧਰੋਂ ਜੇਬ 'ਚ ਵੇਖਿਆ ਤੇ ਕੁਝ ਵੀ ਨਹੀਂ ਸੀ। ਉਹਨੇ ਆਖਿਆ ਵੀ ਹੁਣ ਕੀ ਰੱਖਾਂ ਮਹਾਰਾਜ ਦੇ ਚਰਨਾਂ 'ਚ ਭਾਈ, ਤੇ ਉਹ ਸੁੱਚੇ ਮੋਤੀਆਂ ਦੀ ਮਾਲਾ ਹੀ ਲਾ ਕੇ ਰੱਖ ਦਿੱਤੀ ਚੌਥੇ ਪਾਤਸ਼ਾਹ ਦੇ ਚਰਨਾਂ 'ਚ। ਆਖਿਆ ਮਹਾਰਾਜ ਤੁਸੀਂ ਮੇਰੀ ਲਾਜ ਰੱਖ ਲਈ ਹੈ, ਆ ਮੈਂ ਕੁਝ ਨਾ ਕੁਝ ਤੁਹਾਡੇ ਭੇਟਾ ਰੱਖ, ਕਿਉਂਕਿ ਮਰਿਆਦਾ ਹੈ ਕਿ ਭੇਟਾ ਰੱਖ ਕੇ ਮੱਥਾ ਟੇਕੀਦਾ। ਪਿਆਰ ਵਾਲਾ ਸਿੱਖ ਸੀ ਤੇ ਉਹਨੇ ਲਾ ਕੇ ਰੱਖ ਦਿੱਤੇ ਨੇ। ਲੋਕ ਤਾਂ ਮਹਾਰਾਜ ਦੇ ਅੱਗੇ ਪਈ ਚੱਕ ਲੈਣ ਸਾਧ ਸੰਗਤ ਜੀ, ਆਪਣੇ ਗਲ 'ਚੋਂ ਤਾਂ ਕੋਈ ਆ ਗੁਰਮੁਖ ਪਿਆਰਾ, ਉਹ ਹੀ ਸੀ ਜਿਹਨੇ ਲਾ ਕੇ ਆਪਣੇ ਗਲ 'ਚੋਂ ਰੱਖ ਦਿੱਤੀ। ਉਹ ਮਹਾਰਾਜਾ ਰਣਜੀਤ ਸਿੰਘ ਸੀ ਜਿਹਨੇ ਕਰੋੜਾਂ ਦੀ ਚਾਣੀ ਜਦੋਂ ਝਾਤੀ ਪਈ ਆਖਿਆ ਚੌਥੇ ਪਾਤਸ਼ਾਹ ਤੇ ਲਾਓ ਮੇਰੇ ਨਹੀਂ। ਤੇ ਅਕਾਲੀ ਫੂਲਾ ਸਿੰਘ ਨੇ ਆਖਿਆ ਸੀ ਵੀ ਇੱਕ ਵਾਰ ਇਹਦੇ ਥੱਲੇ ਗਿਆ, ਉਹਨੇ ਕਿਹਾ ਮੈਂ ਬੈਠਾ ਨਹੀਂ ਜਥੇਦਾਰ ਜੀ, ਹਾਂ ਥੱਲੇ ਗਿਆ ਤੇ ਮੈਂ ਦੇਖਿਆ ਇੰਨੀ ਕੀਮਤੀ। ਕਹਿੰਦੇ ਠੀਕ ਹੈ ਤੇਰੀ ਭੇਟਾ ਪ੍ਰਵਾਨ ਕਰ ਲਈ, ਤੋਸ਼ੇਖਾਨੇ 'ਚ ਰੱਖ ਦਿਆਂਗੇ, ਪਰ ਮਹਾਰਾਜ ਦੇ ਨਹੀਂ ਹੁਣ ਲੱਗੇਗੀ ਕਿਉਂਕਿ ਇੱਕ ਵਾਰ ਤੇਰੇ ਤੇ ਲੱਗ ਚੁੱਕੀ। ਉਹ ਵੀ ਚਾਨਣੀ 1984 ਵਿੱਚ ਸਾਧ ਸੰਗਤ ਜੀ ਗਾਇਬ ਹੋਈ। ਉਹ ਭਾਵਾਂ ਵਾਲਾ ਸੀ, ਉਹਨੇ ਦੇਤਾ। ਕਹਿੰਦੇ ਮੁਕਤ ਮਾਲ, ਕੰਕ ਲਾਲ ਹੀਰਾ, ਹੀਰੇ ਲਾਲ ਸੋਨਾ ਜਿੰਨਾ ਮਰਜ਼ੀ ਲੱਦੀ ਫਿਰੇ ਕੋਈ, ਮਨ ਰੰਜਨ ਕੀ ਮਾਇਆ। ਕਹਿੰਦੇ ਥੋੜੀ ਦੇਰ ਲਈ ਮਨ ਖੁਸ਼ ਹੋ ਸਕਦਾ ਇਹਨਾਂ ਚੀਜ਼ਾਂ ਨਾਲ, ਪਰ ਲੋਕ ਵਿੱਚ ਨਹੀਂ ਇਹਨਾਂ ਵਿੱਚੋਂ ਕੁਝ ਵੀ ਸਹਾਈ ਹੋਵੇਗਾ ਜੀ। ਆਹ ਕਰਤ ਬਿਹਾਨੀ ਅਵਦਹ ਤਾਹ ਸੰਤੋਖ ਨਾ ਪਾਇਆ। ਹਾਏ ਹਾਏ ਕਰਦਿਆਂ ਕਹਿੰਦੇ ਇੰਨੇ ਧਨੀ ਲੋਕਾਂ ਦੀ ਵੀ ਜ਼ਿੰਦਗੀ ਹਾਏ ਹਾਏ ਕਰਦਿਆਂ ਬਤੀਤ ਹੁੰਦੀ ਆ। ਪਟਨਾ ਸਾਹਿਬ ਭਾਈ ਮਰਦਾਨਾ ਜੀ ਨੇ ਆਖਿਆ ਸੀ ਨਾ ਮਹਾਰਾਜ ਬੜਾ ਹੀ ਸੁਖੀ ਆ ਉਹ, ਕਿੰਨੇ ਨੌਕਰ ਚਾਕਰ ਨੇ। ਮਹਾਰਾਜ ਆਖਿਆ ਉਹਨੂੰ ਜਾ ਕੇ ਪੁੱਛ ਇੱਕ ਵਾਰ। ਉਹਨੂੰ ਜਾ ਕੇ ਆਖਿਆ ਵੀ ਮੈਂ ਸਿਰਫ ਇਹ ਪੁੱਛਣ ਆਇਆ, ਉਹ ਮੇਰੇ ਮਾਲਕ ਬੈਠੇ ਆ। ਉਹ ਕਹਿੰਦੇ ਤੂੰ ਵੀ ਸੁਖੀ ਨਹੀਂ, ਸਾਡੀ ਬਸ ਗੱਲ ਹੀ ਸੀ ਐਵੇਂ। ਮੈਂ ਕਹਿ ਰਿਹਾ ਸੀ ਬੜਾ ਸੁਖੀ ਆ, ਚਿੱਟੇ ਸਰਾਣੇ ਦਾ ਢਾਫਣਾ ਲਾ ਕੇ ਬੈਠਾ, ਇੰਨੇ ਨੌਕਰ ਚਾਕਰ ਭੱਜੇ ਫਿਰਦੇ ਨੇ। ਕਿਉਂਕਿ ਪਟਨਾ ਸਾਹਿਬ ਸੰਗਤ ਜੀ ਅਸਲ ਵਿੱਚ ਜੌਹਰੀਆਂ ਦਾ ਸ਼ਹਿਰ ਸੀ। ਜਵਾਹਰਾਤਾਂ ਦੀਆਂ ਸਭ ਤੋਂ ਵੱਧ ਦੁਕਾਨਾਂ ਮਾਰਕੀਟ ਸੀ, ਆਪਾਂ ਕਹਿ ਲਈਏ ਉਸ ਵੇਲੇ ਹੀਰੇ ਜਵਾਹਰਾਤਾਂ ਦੀ। ਜਦੋਂ ਮਹਾਰਾਜ ਉੱਥੇ ਗਏ ਉਥੋਂ ਦਾ ਸੀ ਨਾ ਸਾਲਸਰਾਏ ਜੌਹਰੀ, ਜਿਹਨੇ ਮਹਾਰਾਜ ਨੇ ਸਾਧ ਸੰਗਤ ਜੀ ਮੱਥਾ ਟੇਕਿਆ ਸੀ। ਉਹ ਰੋਈ ਪਿਆ ਸੀ ਭਾਈ ਮਰਦਾਨਾ ਜੀ ਕੋਲੇ। ਕਹਿੰਦਾ ਤੂੰ ਕਹਿੰਦਾ ਸੁਖੀ ਹੈ, ਬਹੁਤ ਦੁਖੀ ਹੈ। ਮਹਾਰਾਜ ਨੇ ਐਵੇਂ ਨਹੀਂ ਆਖਿਆ ਨਾਨਕ ਦੁਖੀਆ ਸਭ ਸੰਸਾਰ। ਕਿਸੇ ਨਾ ਕਿਸੇ ਦੁੱਖ ਦਾ ਸਾਧ ਸੰਗਤ ਜੀ ਜੀਵ ਸਤਾਇਆ ਹੀ ਹੁੰਦਾ। ਸਿਰਫ ਪ੍ਰਮਾਤਮਾ ਦਾ ਨਾਮ ਜਿਹੜੇ ਜਪਦੇ ਉਹ ਹੀ ਨੇ ਜਿਨ੍ਹਾਂ ਦੇ ਮਨ ਨੂੰ ਸਿਰ ਕੱਲ ਤਾਤੀ ਠੰਡਾ ਹਰਨਾਓ। ਉਹਨਾਂ ਦਾ ਅੰਦਰ ਤਾਂ ਆਪਾਂ ਕਹਿ ਸਕਦੇ ਠੰਡਾ, ਬਾਕੀ ਸੰਸਾਰੀ ਜੀਵਨ ਦਾ ਅੰਦਰ ਤਪਦਾ ਹੀ ਹੁੰਦਾ ਕਿਸੇ ਨਾ ਕਿਸੇ ਕਾਰਨ ਕਰਕੇ। ਕਹਿੰਦੇ ਜੋ ਕੁਝ ਵੀ ਕੋਲ ਹੈ ਥੋੜੀ ਦੇਰ ਲਈ ਮਨ ਨੂੰ ਪ੍ਰਸੰਨ ਕਰ ਸਕਦਾ ਇਹ ਸਾਰਾ ਕੁਝ, ਨਹੀਂ ਤਾਂ ਹਾਏ ਹਾਏ ਕਰਦਿਆਂ ਹੀ ਵੱਡੇ ਵੱਡੇ ਰਾਜਾ ਮਹਾਰਾਜਿਆਂ ਦੀ ਉਮਰ ਵੀ ਹਾਏ ਹਾਏ ਕਰਦਿਆਂ ਬਤੀਤ ਹੋ ਜਾਂਦੀ। ਜਿੰਨੇ ਵੱਡੇ ਧਨਾੜ ਦੇ ਸਾਧ ਸੰਗਤ ਜੀ ਉਹਨੇ ਕਬਜ਼ੇ ਜ਼ਿਆਦਾ ਕਰਦੇ ਦੂਜਿਆਂ ਦੇ ਲੋਕਾਂ ਦੇ। ਥੋੜਾ ਜਿਹੜਾ ਘੱਟ ਪੈਸੇ ਵਾਲਾ ਉਹ ਤਾਂ ਭਾਵੇਂ ਸੰਤੋਖ 'ਚ ਰਹਿ ਜਾਏ। ਆ ਜਿਹਨੇ ਲੜਾਈ ਝਗੜੇ ਜੇ ਆਪਾਂ ਨੂੰ ਸੁਣਦੇ ਨਾ, ਫਲਾਣਾ ਮੰਨ ਲਿਆ ਜੀ, ਫਲਾਣੀ ਚੀਜ਼ ਮੰਨ ਲਈ ਜੀ, ਉੱਥੇ ਵੀ ਕਬਜ਼ਾ ਕਰ ਲਿਆ, ਉਹ ਪੈਸੇ ਵਾਲੇ ਕਰ ਦਿੱਤੇ ਸਾਰੇ, ਕਿਉਂਕਿ ਰੱਜ ਨਹੀਂ ਆਉਂਦਾ ਨਾ। ਮਾਰੇ ਕਹਿੰਦੇ ਭੁੱਖਿਆਂ ਉਤਰੀ ਜੇ ਬੰਨਾ ਪੁਰੀਆਂ, ਚਾਰਾ ਪੁਰੀਆਂ ਦੇ ਪਦਾਰਥ ਲੱਗ ਕੇ ਉਸ ਭੁੱਖੇ ਬੰਦੇ ਨੂੰ ਦੇ ਦਿਓ ਤਾਂ ਵੀ ਕਹਿੰਦਾ ਨਹੀਂ ਬਣਿਆ ਕੁਛ ਨਹੀਂ ਅਜੇ ਮੇਰਾ। ਹਾਏ ਹਾਏ ਕਰਦੇ ਜਾਂਦੇ ਸੰਸਾਰ ਤੋਂ ਜੀ। ਮਹਾਰਾਜ ਦਸਵੇਂ ਪਾਤਸ਼ਾਹ ਬਈ ਕਹਿੰਦੇ ਮਾਤੇ ਮਤੰਗ ਜਰੇ ਜਰ ਸੰਗ ਅਨੂਕੋ ਤੰਗ ਸਰੰਗ ਸਵਾਰੇ, ਕੋਟ ਤਰੰਗ ਕਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਵਾਰੇ। ਜਿਨ੍ਹਾਂ ਕੋ ਮਸਤ ਹਾਥੀ ਸਨ, ਬਹੁਤ ਕੀਮਤੀ ਘੋੜੇ ਸਨ, ਜਿਨ੍ਹਾਂ ਦੇ ਤਬੇਲੇ ਭਰੇ ਰਹਿੰਦੇ ਸਨ, ਜਿਨ੍ਹਾਂ ਕੋਲ ਹੀਰੇ ਜਵਾਹਰਾਤਾਂ ਦੀ ਸੋਨੇ ਦੀ ਕਮੀ ਕੋਈ ਨਹੀਂ ਸੀ, ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੇ, ਕੋਟ ਤਰੰਗ ਕਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ। ਏਡੇ ਏਡੇ ਵੱਡੇ ਰਾਜੇ ਜਿਨ੍ਹਾਂ ਨੂੰ ਛੋਟੇ ਰਾਜੇ ਆਣ ਕੇ ਪਹਿਲਾਂ ਨਮਸਕਾਰ ਕਰਨ। ਜਿਵੇਂ ਔਰੰਗਜ਼ੇਬ ਸਭ ਤੋਂ ਵੱਡਾ ਰਾਜਾ ਸੀ ਤੇ 22 ਧਾਰ ਦੇ ਰਾਜੇ ਛੋਟੇ ਰਾਜੇ ਸੀ ਉਸੇ ਹਿੰਦੁਸਤਾਨ 'ਚ। ਹੋਰ ਉਹ ਤੋਂ ਬਿਨਾਂ ਵੀ ਬੜੇ ਰਾਜੇ ਸਨ। ਵੱਡੇ ਰਾਜੇ ਨੂੰ ਛੋਟੇ ਰਾਜੇ ਕਹਿੰਦੇ, ਮੱਥਾ ਟੇਕਣ ਵਾਲੇ ਹੋਣ, ਰਾਜੇ ਮੱਥਾ ਟੇਕਦੇ ਹੋਣ ਜਿਹਨੂੰ। ਇੱਕ ਇੱਕ ਪਏ ਤੋਂ ਕਹਾਂ ਪਾਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਦਸਵੇਂ ਪਾਤਸ਼ਾਹ ਕਹਿੰਦੇ ਕੀ ਹੋ ਗਿਆ ਜੀ, ਇੰਨਾ ਕੁਝ ਸੀ ਉਹਨਾਂ ਕੋਲੇ, ਜਾਣ ਲੱਗਿਆ ਤਾਂ ਨੰਗੇ ਪੈਰ ਗਏ ਨਾ। ਇਸ ਕਰਕੇ ਹਾਏ ਹਾਏ ਕਰਦੇ ਉਮਰ ਬਤੀਤ ਹੁੰਦੀ ਉਹਨਾਂ ਦੀ ਸਾਰੀ ਜੀ। ਅਸਤ ਰਥ ਅਸਬ ਪਵਨ ਤੇਜ ਧਣੀ ਭੂਮਨ ਚਤੁਰੰਗ। ਹਸਤ ਹਾਥੀ, ਰਾਥ ਤੇ ਅਸਲ ਪਵਨ ਤੇਜ। ਅਸਲ ਘੋੜੇ ਹਵਾ ਨਾਲੋਂ ਤੇਜ਼ ਚੱਲਣ ਵਾਲੇ। ਕਿਸੇ ਕੋਲ ਹਾਥੀ ਹੋਣ ਸ਼ਿੰਗਾਰੇ ਹੋਏ, ਰਾਥ ਹੋਣ ਸਾਧ ਸੰਗਤ ਜੀ ਕੀਮਤੀ ਜਿਨ੍ਹਾਂ ਉੱਤੇ ਕਢਾਈਆਂ ਹੋਈਆਂ ਹੋਣ, ਉਹਨਾਂ ਦੇ ਕੋਲ ਘੋੜੇ ਹੋਣ ਹਵਾ ਨਾਲੋਂ ਤੇਜ਼ ਚੱਲਣ ਵਾਲੇ,
ਧਣੀ ਭੂਮਣ ਚਤਰਾਂਗਾ, 4 ਤਰ੍ਹਾਂ ਦੀ ਫੌਜ ਦੇ ਮਾ। ਚਤਰਾਂਗਾ ਦਾ ਅਰਥ ਹੁੰਦਾ 4 ਤਰ੍ਹਾਂ ਦੀ ਫੌਜ। ਧਣੀ ਦਾ ਅਰਥ ਹੁੰਦਾ ਬਹੁਤ ਅਮੀਰ ਬਾਦਸ਼ਾਹ, ਤੇ ਭੂਮਣ ਦਾ ਅਰਥ ਹੈ ਵੱਡਾ ਜਿਵੇਂ ਪਤਾ ਨਹੀਂ ਕਿੰਨੀ ਭੂਮੀ ਤੇ ਰਾਜ ਹੋਵੇ ਉਹਦਾ। ਉਹਦੇ ਕੋਲ 4 ਤਰ੍ਹਾਂ ਦੀ ਫੌਜ ਹੋਵੇ, ਰਥਾਂ ਦੀ, ਹਾਥੀਆਂ ਦੀ, ਘੋੜਿਆਂ ਦੀ ਤੇ ਪੈਦਲ ਸੈਨਾ। ਏਡਾ ਵੱਡਾ ਵੀ ਕੋਈ ਬੰਦਾ ਹੋਵੇ ਤਾਂ ਜੀ। ਸੰਗ ਨਾ ਚਾਲਿਓ ਇਨਮਾ ਕਛੁਆ, ਊਠ ਸਧਾਇਓ ਨਾਂਗਾ। ਕਹਿੰਦੇ ਫਿਰ ਵੀ ਆਖਰ ਦੀ ਬਾਕੀ ਊਠ ਸਧਾਇਓ ਨਾਂਗਾ, ਨੰਗੇ ਨਹੀਂ ਜਾਣਾ ਪੈਂਦਾ। ਇੱਕ ਕੌਡੀ ਨਹੀਂ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਦੇ ਨਾਲ ਜਾਂਦੀ ਜੋ ਉੱਪਰ ਗਿਣੀਆਂ ਨੇ। ਸੰਗ ਨਾ ਚਾਲਿਓ ਇਨਮਾ ਕਛੁਆ, ਕੁਝ ਨਹੀਂ ਜਾਵੇਗਾ। ਪਰ ਇਹਦਾ ਅਰਥ ਇਹ ਨਹੀਂ ਵੀ ਬੰਦੇ ਨੇ ਆਲਸੀ ਹੋ ਜਾਣਾ ਤੇ ਧਰਮ ਦੀ ਕਿਰਤ ਨਹੀਂ ਕਰਨੀ। ਇਹ ਉਹਨਾਂ ਦੀ ਗੱਲ ਹੈ ਜਿਹਨਾਂ ਸਾਧ ਸੰਗਤ ਜੀ ਲੋਕਾਂ ਦਾ ਖੂਨ ਚੂਸ ਕੇ ਆਪਣੇ ਖਜ਼ਾਨੇ ਭਰੇ ਸੀ। ਕਾਰੂ ਬਾਦਸ਼ਾਹ ਵਰਗੇ ਜਿਨ੍ਹਾਂ ਕੋਲੇ ਸਾਧ ਸੰਗਤ ਜੀ 40 ਗੰਜ ਢੇਰ ਨੂੰ ਕਹਿੰਦੇ ਆ, ਜਿੱਥੋਂ ਗਿਣਤੀ ਮੁੱਕ ਜਾਵੇ ਨਾ, ਪੈਸਿਆਂ ਦੀ ਗਿਣਤੀ ਨਾ ਹੋਵੇ, ਸਿਰਫ ਢੇਰਾਂ ਦੀ ਗਿਣਤੀ ਕਰੇ ਵੀ ਮੇਰੇ ਕੋਲ ਕਿੰਨੇ ਢੇਰ ਨੇ, 1 ਢੇਰ 2 ਢੇਰ 3 ਢੇਰ, ਉਹਨੂੰ ਕਹਿੰਦੇ। ਢੇਰ ਗਿਣਦਾ ਸੀ ਆਪਣੇ, ਪੈਸੇ ਨਹੀਂ ਸੀ ਗਿਣ ਸਕਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਵੀ ਆ ਸਾਡੀ ਠੀਕਰੀਆਂ ਉਹਦੇ ਦਰਵਾਜ਼ੇ ਅੱਗੇ ਇਕੱਠੀਆਂ ਕਰਦੇ ਸੀ ਨੇ। ਜਦੋਂ ਮਹਾਰਾਜ ਨੇ ਮਿਲਣ ਲਈ ਸੁਨੇਹਾ ਭੇਜਿਆ, ਪਹਿਲਾਂ ਤਾਂ ਆਇਆ ਹੀ ਨਹੀਂ ਕਿ ਜੋ ਚਾਹੀਦਾ ਦਰਵਾਜ਼ੇ ਤੋਂ ਲੈ ਲਓ। ਮਹਾਰਾਜ ਨੇ ਕਿਹਾ ਕੁਝ ਨਹੀਂ ਚਾਹੀਦਾ, ਗੱਲ ਹੀ ਕਰਨੀ ਵਾਸਤੇ ਆਉਣਾ। ਫਿਰ ਆਇਆ ਸੀ ਕਿ ਉਹ ਕਿਹੜਾ ਜਿਹੜਾ ਮੇਰੇ ਨਾਲ ਗੱਲ ਕਰਨ ਆ ਗਿਆ। ਤੇ ਜਦੋਂ ਆਇਆ ਤਾਂ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਕਹਿ ਰਹੇ ਵੀ ਠੀਕਰੀਆਂ ਗੋਲ ਕਰਕੇ ਆ ਬੋਰੀ 'ਚ ਪਾਈ ਜਾ। ਉਹਨੇ ਆਖਿਆ ਪਹਿਰੇਦਾਰ ਨੂੰ, ਆ ਮਸਤਾਨਿਆਂ ਦੇ ਸੱਦੇ ਤੇ ਮੈਨੂੰ ਸੱਦ ਲਿਆ, ਇਹਨਾਂ ਦਾ ਦਿਮਾਗ ਹੀ ਨਹੀਂ ਟਿਕਾਣੇ, ਠੀਕਰੀਆਂ ਬੋਰੀ 'ਚ ਪਾ ਰਹੇ ਨੇ। ਤੇ ਮਹਾਰਾਜ ਨੇ ਆਖਿਆ ਕੋਈ ਹੁਣ ਆ ਗਿਆ ਤਾਂ ਆ ਜਾ। ਕਹਿੰਦਾ ਜੀ ਆ ਤਾਂ ਕਿਹਾ ਇਹ ਵੀ ਕੰਮ ਕਰਦੇ ਪਏ ਨੇ। ਮਹਾਰਾਜ ਨੇ ਆਖਿਆ ਠੀਕਰੀਆਂ, ਕਹਿੰਦੇ ਕੀ ਕਰਨੀਆਂ? ਕਹਿੰਦੇ ਪਰਲੋਕ ਨੂੰ ਲੈ ਕੇ ਜਾਣੀਆਂ। ਹੱਸ ਵੀ ਕਹਿੰਦੇ ਮੈਂ ਪਹਿਲਾਂ ਤਾਂ ਮੈਂ ਤੈਨੂੰ ਪਹਿਲਾਂ ਆਖਿਆ ਸੀ ਕਿ ਇਹਨਾਂ ਦਾ ਦਿਮਾਗ ਨਹੀਂ ਟਿਕਾਣੇ, ਤੂੰ ਮੈਨੂੰ ਤਾਂ ਸੁਨੇਹਾ ਭੇਜਿਆ ਕਿ ਕਹਿੰਦੇ ਠੀਕਰੀਆਂ ਪਰਲੋਕ ਨੂੰ ਲੈ ਕੇ ਜਾਣੀਆਂ। ਮਹਾਰਾਜ ਨੇ ਆਖਿਆ ਕਿਉਂ ਦਿਮਾਗ ਟਿਕਾਣੇ? ਕਹਿੰਦਾ ਠੀਕਰੀਆਂ ਜਾ ਸਕਦੀਆਂ ਪਰਲੋਕ ਨੂੰ। ਤੇ ਮਹਾਰਾਜ ਨੇ ਆਖਿਆ ਜੇ ਤੇਰੇ 40 ਗੰਜ ਜਾ ਸਕਦੇ, ਮਗਰ ਰੇੜਾ ਠੀਕਰੀਆਂ ਦਾ ਨਹੀਂ ਜਾ ਸਕਦਾ। ਜਿੱਥੇ ਤੇਰੇ ਜਾਣਗੇ ਉੱਥੇ ਮੈਂ। ਉਸੇ ਵੇਲੇ ਹੀ ਸਾਧ ਸੰਗਤ ਜੀ ਗਿਆਨ ਹੋ ਗਿਆ। ਇੱਕ ਬਚਨ ਕਰਕੇ ਮਹਾਰਾਜ ਚਰਨਾਂ ਤੇ ਡਿੱਗ ਗਿਆ ਸੀ। ਜਿਵੇਂ ਸੱਜਣ ਡਿੱਗਾ ਨਾ, ਪਹਿਲੀ ਵਾਰ ਹੀ ਸੱਜਣ ਸੋਈ ਨਾਲ ਮੈਂ ਚੱਲਦਿਆਂ ਨਾਲ ਚਲਾਣ, ਸੂਈ ਰਾਗ ਦਾ ਸ਼ਬਦ ਸੁਣ ਕੇ ਉਜਲ ਕਹਿ ਹੱਥ ਚਲਕਣਾ, ਘੋਟ ਮਕਾਲਣੀ ਮਸ, ਧੋਤਿਆਂ ਜੂਠ ਨਾ ਉਤਰਿਆ ਜੇ ਸਭ ਤੋਂ ਆਤੇ। ਮਹਾਰਾਜ ਨੇ ਆਖਿਆ ਸੀ ਤੇ ਪਹਿਲੇ ਸ਼ਬਦ ਦੀ ਪਹਿਲੀ ਪੰਕਤੀ ਨਾਲ ਚਰਨਾਂ ਤੇ ਵੱਜਾ ਸੀ। ਕਾਰੂ ਬਾਦਸ਼ਾਹ ਮਹਾਰਾਜ ਦੇ ਡਿੱਗਾ। ਆਖਿਆ ਮਹਾਰਾਜ ਅੱਖਾਂ ਖੁੱਲ ਗਈਆਂ ਮੇਰੀਆਂ। ਮਹਾਰਾਜ ਨੇ ਆਖਿਆ ਫਿਰ ਜੇ ਜਾਣੇ ਨਹੀਂ ਨਾਲ ਤੇ ਗਰੀਬਾਂ 'ਚ ਵੰਡ, ਪਰਉਪਕਾਰ ਕਰ, ਖੂਹ ਲਵਾ, ਛਾਂ ਵਾਸਤੇ ਦਰਖਤ ਲਵਾ, ਲੰਗਰ ਚਲਾ, ਕੋਈ ਨੰਗਾ ਆਉਂਦਾ ਬਸਤਰ ਦੇ ਉਹਨੂੰ, ਤੇਰਾ ਭਲਾ ਹੋ ਜਾਏਗਾ। ਨਹੀਂ ਤੇ ਮਹਾਰਾਜ ਨੇ ਆਖਿਆ ਜੋ ਵੀ ਸੀ ਵੱਡੇ ਖਾਲੀ ਗਏ ਇੱਥੋਂ ਸੰਸਾਰ ਤੋਂ ਜੀ। ਹਰ ਕੇ ਸੰਤ ਰਹਿ ਪ੍ਰੀਤਮ ਪ੍ਰਭ ਕੇ, ਤਾਂ ਕੈ ਹਰ ਹਰ ਗਾਈਆ। ਜਿਹੜੇ ਹਰੀ ਦੇ ਸੰਤ ਨੇ ਨਾ, ਜਿਵੇਂ ਆਪਾਂ ਅੱਜ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਯਾਦ 'ਚ ਜੁੜੇ ਬੈਠੇ ਹਾਂ, ਕਹਿੰਦੇ ਉਹ ਪ੍ਰਮਾਤਮਾ ਦੇ ਪਿਆਰੇ ਹੁੰਦੇ, ਕਿਉਂਕਿ ਪ੍ਰਮਾਤਮਾ ਨੂੰ ਪ੍ਰਸੰਨ ਕੀਤਾ ਹੁੰਦਾ ਨਾ ਉਹਨਾਂ ਨੇ। ਉਹਨਾਂ ਦੇ ਨਾਲ ਮਿਲ ਕੇ ਤਾਂ ਕਿ ਹਰ ਹਰ ਗਾਈਏ। ਉਹਨਾਂ ਨਾਲ ਮਿਲ ਕੇ ਕਹਿੰਦੇ 2 ਘੜੀਆਂ ਉਹਨਾਂ ਦੀ ਸੰਗਤ ਕਰਕੇ ਰੱਬ ਨੂੰ ਚੇਤੇ ਕਰ ਲੈਣ। ਜਿਵੇਂ ਅੱਜ ਆਪਾਂ ਉਹਨਾਂ ਦੀ ਸੰਗਤ ਹੀ ਕਰਦੇ ਪਏ ਹਾਂ, ਕਿਉਂਕਿ ਉਹਨਾਂ ਨੂੰ ਯਾਦ ਕਰਦੇ ਪਏ ਨਾ, ਜੋ ਉਹਨਾਂ ਨੇ ਪੂਰਨੇ ਪਾਏ, ਜੋ ਉਹਨਾਂ ਨੇ ਭਲਾ ਕੀਤਾ, ਜੋ ਪਰਉਪਕਾਰ ਕੀਤੇ, ਪੰਥ ਵਾਸਤੇ ਸੇਵਾ ਕੀਤੀ, ਅੱਜ ਆਪਾਂ ਯਾਦ ਕਰਦੇ ਪਏ ਹਾਂ। ਉਹਨਾਂ ਦੀ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਬੈਠੇ ਆਪਾਂ ਇਸ ਵੇਲੇ ਆਪਣਾ ਸਮਾਂ ਸਫਲਾ ਕਰਦੇ ਪਏ। ਕਹਿੰਦੇ ਉਹਨਾਂ ਰੱਬ ਦੇ ਪਿਆਰਿਆਂ ਨੂੰ ਯਾਦ ਕਰਕੇ 2 ਘੜੀਆਂ ਪ੍ਰਮਾਤਮਾ ਨੂੰ ਚੇਤੇ ਕਰ ਲਿਆ ਕਰੋ। ਨਾਨਕ ਇਹਾ ਸੁਖ ਆਗਾ ਮੁਖ ਉਜਲ, ਸੰਗ ਸੰਤਨ ਕੈ ਪਾਈਆ। ਕੀ ਫਲ ਪ੍ਰਾਪਤ ਹੋਵੇਗਾ ਜੀ? ਮਹਾਰਾਜ ਕਹਿੰਦੇ ਨੇ ਜੇ ਉਹ ਸਾਰਾ ਕੁਝ ਜਿਹੜਾ ਉੱਪਰ ਦੱਸਿਆ ਨਾ, ਉਹਦੇ ਵੱਲੋਂ ਥੋੜਾ ਜਿਹਾ ਮਨ 'ਚ ਬਰਾਗ ਆਉਂਦਾ ਤੇ ਫਿਰ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ 2 ਘੜੀਆਂ ਰੱਬ ਕਰੋਗੇ, ਨਾਨਕ ਇਹਾਂ ਸੁਖ, ਇੱਥੇ ਸੁਖ ਮਿਲੇਗਾ। ਆਪਾਂ ਚਾਹੁੰਦੇ ਨਾ ਸੁਖ ਮਿਲੇ। ਜੋ ਸੁਖ ਕਉ ਚਾਹੇ ਸਦਾ, ਸਰਨ ਰਾਮ ਕੀ ਲੈ। ਨਾਨਕ ਪਾਤਸ਼ਾਹ ਨੇ ਕਿਹਾ ਜੇ ਸਦਾ ਸੁਖ ਚਾਹੁੰਦਾ ਤੇ ਰੱਬ ਦੀ ਸ਼ਰਨ 'ਚ ਆ ਜਾ, ਪਰਮਾਤਮਾ ਕੋਲ ਆ, ਤੈਨੂੰ ਸਦਾ ਦਾ ਸੁਖ ਮਿਲ ਜਾਏਗਾ। ਨਾਨਕ ਇਹਾਂ ਸੁਖ ਆਗੇ ਮੁਖ ਉਜਲ, ਅੱਗੇ ਵੀ ਮੁਖ ਉਜਲ ਹੋਵੇਗਾ, ਪਰਲੋਕ ਵਿੱਚ ਵੀ ਸਾਧ ਸੰਗਤ ਭਲਾ ਹੋਵੇਗਾ। ਸੰਗ ਸੰਤਨ ਕੈ ਪਾਈਐ, ਕਹਿੰਦੇ ਨੇ ਇਹ ਸੰਤਾਂ ਦੀ ਸੰਗਤ ਵਿੱਚੋਂ ਪ੍ਰਾਪਤੀ ਹੁੰਦੀ ਹੈ। ਇਸ ਲਈ ਰੱਬ ਦੇ ਪਿਆਰਿਆਂ ਨੂੰ ਯਾਦ ਕਰਕੇ 2 ਘੜੀਆਂ ਪ੍ਰਮਾਤਮਾ ਨੂੰ ਚੇਤੇ ਕਰੋ। ਹੁਣ ਆਪਾਂ ਅੱਜ ਬਰਸੀ ਦੇ ਸਮਾਗਮ ਨੂੰ ਬੈਠੇ ਹਾਂ। ਪਹਿਲਾਂ ਵੀ ਬਰਸੀ ਮਨਾਈ ਸੀ ਬਾਬਾ ਪ੍ਰੇਮ ਸਿੰਘ ਜੀ ਦੀ, ਬਹੁਤ ਚੜ੍ਹਦੀ ਕਲਾ ਨਾਲ। ਕੁਝ ਐਸੇ ਮਹਾਤਮਾ ਸਾਧ ਸੰਗਤ ਜੀ ਹੋਏ ਨੇ ਜਿਨ੍ਹਾਂ ਨੇ ਥੋੜ੍ਹੇ ਹੋਏ ਗਿਣਤੀ ਦੇ, ਮੈਂ ਉਸ ਦਿਨ ਬੇਨਤੀ ਕੀਤੀ ਸੀ ਭਾਈ ਪੰਥ ਦੀ ਆਪਾਂ ਗਿਣਤੀ 2 ਕਰੋੜ ਕਹਿ ਲਓ, 2.5 ਕਹਿ ਲਓ, 2.25 ਕਹਿ ਲਓ, ਹੁਣ ਤਾਂ 2.25 ਹੀ ਆਖੀ ਜਾਂਦੇ ਨੇ। ਇਹਦੇ ਵਿੱਚ ਅਗਰ ਇਸ ਪਾਸੇ ਨੂੰ ਮੋੜਨ ਵਾਲੇ ਸੰਤਾਂ ਦੀ ਗਿਣਤੀ ਕੀਤੀ ਆ, ਉਂਗਲਾਂ ਦੇ ਪੋਟਿਆਂ ਤੇ ਗਿਣੇ ਜਾ ਸਕਣਗੇ, ਕੋਈ ਬਹੁਤ ਜ਼ਿਆਦਾ ਨਹੀਂ ਹੈ। ਪਰ ਉਹਨਾਂ ਆਪਣਾ ਸਾਰਾ ਜੀਵਨ ਲੇਖੇ ਲਾ ਕੇ ਸਾਧ ਸੰਗਤ ਫਿਰ ਵੀ ਇਹ ਨਾਮ ਦਾ ਛਟਾ ਦਿੱਤਾ। ਸਿੱਖੀ ਦਾ ਬੀਜ ਦਾ ਅੰਕਰ ਜਿਹੜਾ ਸੁੱਕ ਚੱਲਿਆ ਸੀ, ਉਹਨਾਂ ਦੀ ਕਿਰਪਾ ਸਦਕਾ ਇਹ ਹਰਿਆ ਹੋਇਆ। ਇਸ ਲਈ ਕਹਿੰਦੇ ਉਹਨਾਂ ਦੀ ਯਾਦ ਵਿੱਚ, ਉਹਨਾਂ ਰੱਬ ਦੇ ਪਿਆਰਿਆਂ ਨੂੰ ਦੀ ਸੰਗਤ ਵਿੱਚ ਬਹਿ ਕੇ 2 ਘੜੀਆਂ ਪ੍ਰਮਾਤਮਾ ਨੂੰ ਚੇਤੇ ਕਰਨ ਨਾਲ ਇੱਥੇ ਵੀ ਸੁੱਖ ਮਿਲੇਗਾ
ਤੇ ਪ੍ਰਲੋਕ ਵਿੱਚ ਵੀ ਮੁੱਖ ਉਜਲਾ ਹੋਵੇਗਾ। ਇਹ ਮੁੱਖ ਵਾਕ ਦੀ ਵਿਚਾਰ ਸਾਧ ਸੰਗਤ ਜੀ ਆਪਾਂ ਕੀਤੀ। ਤੇ ਆਖਰੀ ਜੇ ਅਰਥ ਆਪਾਂ ਭਾਦੋਂ ਦੇ ਮਹੀਨੇ ਦੀ ਪੌੜੀ ਦੇ ਕਰਨੇ ਆ, ਕਿਉਂਕਿ ਅੱਜ ਸੰਗਰਾਂਦ ਹੈ। ਲੋਕ ਤਾਂ ਬੜੀਆਂ ਗੱਲਾਂ ਕਰਦੇ ਆ, ਚਲੋ ਮੈਨੂੰ ਚੇਤਾ ਆ ਗਿਆ, ਉਹ ਕਹਿੰਦੇ ਸੰਗਰਾਂਦ ਨਹੀਂ ਮਨਾਉਣੀ ਚਾਹੀਦੀ ਜੀ। ਸੰਗਰਾਂਦ ਦੀ ਕੀ ਗੱਲ ਹੋਈ ਭਾਈ, ਬਾਕੀ ਦਿਨ ਨਹੀਂ ਮਹਾਰਾਜ ਨੇ ਬਣਾਏ। ਹਾਂਜੀ ਠੀਕ ਹੈ, ਮਹਾਰਾਜ ਨੇ ਬਣਾਏ, ਪਰ ਜੇ ਸੰਗਰਾਂਦ ਵਾਲੇ ਦਿਨ ਆਪਾਂ ਪਰਮਾਤਮਾ ਦੀ ਉਸਤਤ ਕਰੀਏ ਤਾਂ ਦੱਸੋ ਪਾਪ ਚੜ ਜਾਏਗਾ। ਤੀਸਰੇ ਪਾਤਸ਼ਾਹ ਜੀ ਨੇ ਵਿਸਾਖੀ ਦਾ ਪੁਰਬ ਮਨਾਉਣਾ ਪ੍ਰਾਰੰਭ ਕੀਤਾ। ਭਾਈ ਬੱਲੂ ਜੀ ਦੀ ਬੇਨਤੀ ਸੁਣ ਕੇ ਤੇ ਗੋਇੰਦਵਾਲ ਹਰ ਵਿਸਾਖੀ ਤੇ ਸਾਧ ਸੰਗਤ ਜੋੜ ਮੇਲਾ ਲੱਗਣ ਲੱਗ ਪਿਆ, ਤਾਂ ਫਿਰ ਕੀ ਪਾਪ ਹੋ ਗਿਆ? ਸੰਗਰਾਂਦ ਵਾਲੇ ਦਿਨ ਨਹੀਂ ਮਹਾਰਾਜ ਨੂੰ ਚੇਤੇ ਕਰਨਾ ਚਾਹੀਦਾ। ਉਵੇਂ ਇਹ ਗੱਲ ਠੀਕ ਹੈ, ਪਰ ਸਿਰਫ ਸੰਗਰਾਂਦ ਵਾਲੇ ਦਿਨ ਹੀ ਨਹੀਂ ਗੁਰਦੁਆਰੇ ਜਾਣਾ ਚਾਹੀਦਾ, ਰੋਜ਼ ਹੀ ਜਾਣਾ ਹੁੰਦਾ। ਅਸਲ 'ਚ ਤਾਂ ਸਿੱਖ ਨੇ ਰੋਜ਼ ਮਹਾਰਾਜ ਦੇ ਦਰਸ਼ਨ ਕਰਨੇ ਆ, ਪਰ ਕਿਉਂਕਿ ਅੱਜ ਦੇਸੀ ਮਹੀਨੇ ਦੀ ਪ੍ਰਾਰੰਭ ਦਾ ਤੇ ਮਹੀਨਾ ਸਫਲ ਕਿਵੇਂ ਕਰਨਾ, ਇਸ ਲਈ ਅੱਜ ਆਪਾਂ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਜ਼ਰੂਰ ਵਿਚਾਰਨਾ। ਕਿਉਂਕਿ ਲੋਕ ਤਾਂ ਸੰਗਰਾਂਦ ਤੇ ਸੂਰਜ ਦੀ ਪੂਜਾ ਕਰੀ ਜਾਂਦੇ ਸੀ, ਚੰਦਰਮਾ। ਮਹਾਰਾਜ ਨੇ ਕਿਹਾ ਨਾ ਜਿਹਨੇ ਸੂਰਜ ਚੰਦਰਮਾ ਬਣਾਏ ਉਹਨੂੰ ਨਮਸਕਾਰ ਕਰੋ ਗੁਰਮੁਖੋ, ਜਿਹਨੇ ਪੈਦਾ ਕੀਤਾ ਹੈ ਸਾਰਾ ਕੁਝ। ਭਾਈ ਨੰਦ ਲਾਲ ਜੀ ਨੇ ਤਾਂ ਲਿਖਿਆ, ਉਹ ਕਹਿੰਦੇ ਹਮ ਚੁਮਾਦਾਰ ਮਜਬ ਮੈਂ ਸਾਧ ਸੰਗ, ਸਾਡੇ ਮਜਬ ਵਿੱਚ ਉਹਨੂੰ ਸਾਧ ਸੰਗ ਆਖਿਆ ਜਾਂਦਾ। ਇਸਲਾਮ ਵਿੱਚ ਜਿਹਨੂੰ ਜਮਾਤੀ ਨਮਾਜ਼ ਜੁਮੇ ਦੀ ਕਹਿੰਦੇ ਆ। ਉਹ ਕਹਿੰਦੇ ਰੋਜੇ ਜੁਮਾ ਮੋਮਨਾਜ ਪਾਕਬਾਜ, ਭਾਈ ਨੰਦ ਲਾਲ ਜੀ ਦੇ ਬਚਨ। ਗਿਰਦਮੀ ਆਇੰਦ ਅੱਜ ਬਹਿਰ ਨਮਾਜ਼, ਕਹਿੰਦੇ ਜਿਵੇਂ ਨਮਾਜ਼ ਪੜ੍ਹਨ ਲਈ ਰੋਜੇ ਦੀ ਜੁਮੇ ਦੀ ਨਮਾਜ਼ ਪੜ੍ਹਨ ਵਾਸਤੇ ਮੁਸਲਮਾਨ ਜਮਾਤੀ ਰੂਪ 'ਚ ਇਕੱਠੇ ਹੁੰਦੇ ਨਾ। ਜਿਹੜਾ ਮੁਸਲਮਾਨ ਨਾ ਵੀ ਨਮਾਜ਼ੀ ਹੋਵੇ ਸ਼ੁੱਕਰਵਾਰ ਉਹ ਵੀ ਸਾਧ ਸੰਗਤ ਜਾਂਦਾ ਹੀ ਜਾਂਦਾ। ਕਹਿੰਦੇ ਉੱਧਰ ਤਾਂ ਉਹ ਹੈ ਜੁਮੇ ਦੀ ਨਮਾਜ਼, ਸਾਡੇ ਮਜ਼ਹਬ ਵਿੱਚ ਇਹਨੂੰ ਸਾਧ ਸੰਗਤ ਆਖੀਦਾ। ਤੇ ਖਾਸ ਕਰਕੇ ਸੰਗਰਾਂਦ ਦੇ ਦਿਨ ਦਾ ਤੇ ਮੱਸਿਆ ਦੇ ਦਿਨ ਦਾ ਸਾਧ ਸੰਗਤ ਫਿਰ ਉਹਨਾਂ ਨੇ ਜ਼ਿਕਰ ਕੀਤਾ ਸੀ। ਸੋ ਉਹ ਸੰਗਰਾਂਦ ਦਾ ਦਿਨ ਹੈ, ਭਾਦੋਂ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ। ਪੰਜਵੇਂ ਪਾਤਸ਼ਾਹ ਜੀ ਨੇ ਮਹੀਨਾ ਸਫਲ ਕਰਨ ਦੇ ਜੋ ਬਚਨ ਕੀਤੇ ਨੇ, ਆਓ ਸਰਦਾ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਭਾਦੋਏ ਭਰਮ ਭੁਲਾਣੀਆ, ਦੂਜਾ ਲੱਗਾ ਹੇਤ। ਕਹਿੰਦੇ ਜਿਹੜੀਆਂ ਜੀਵ ਰੂਪ ਇਸਤਰੀਆਂ ਭਾਦੋਂ ਦੇ ਮਹੀਨੇ 'ਚ ਭਰਮ 'ਚ ਪਈਆਂ ਨਾ, ਦੁਬਦਾ 'ਚ ਜਿਨ੍ਹਾਂ ਦਾ ਮਨ ਫਸ ਗਿਆ, ਭਾਦੇ ਭਰਮ ਭੁਲਾਣੀ। ਆਪਾਂ ਸਾਰੇ ਜੀਵ ਰੂਪ ਇਸਤਰੀ ਆ। ਮਹਾਰਾਜ ਕਹਿੰਦੇ ਨੇ ਇਸ ਜੱਗ ਵਿੱਚ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਆਪਾਂ ਨੂੰ ਕਹਿੰਦੇ ਨਾ ਪੁਰਖ, ਪਰ ਮਹਾਰਾਜ ਕਹਿੰਦੇ ਨੇ ਪੁਰਖ ਤਾਂ ਇੱਕ ਅਕਾਲ ਪੁਰਖ ਹੀ ਹੈ ਜਿਹਨੇ ਸੰਸਾਰ ਪੈਦਾ ਕੀਤਾ। ਜਿੰਨੇ ਵੀ ਜੀਵ ਨੇ ਉਹ ਭਾਦੋਂ ਦੇ ਮਹੀਨੇ 'ਚ ਸਾਧ ਸੰਗਤ ਦੀ ਅਸਲ ਵਿੱਚ ਨਰਕਾਂ ਨੂੰ ਤਾਂ ਜਾਂਦੇ ਕਿਉਂਕਿ ਭਰਮ 'ਚ ਪੈ ਗਏ ਨੇ। 5 ਪ੍ਰਕਾਰ ਦਾ ਭਰਮ ਹੁੰਦਾ, ਭੇਦ, ਭਰਮ ਕਰਤਾਤ, ਭਰਮ ਪੁਰ ਸੰਗ, ਭਰਮ ਵਕਾਰ, ਬ੍ਰਹਮ ਇਤਰ ਜਗ ਸਤ ਹੈ, ਪੰਚੋ ਭਰਮ ਸੰਸਾਰ। ਦੁਬਦਾ 'ਚ ਫਸ ਕੇ ਤੇ ਸਾਰੇ ਲੋਕ ਨਰਕਾਂ ਨੂੰ ਤੁਰੇ ਜਾਂਦੇ ਹਨ ਜੀ। ਦੂਜਾ ਲੱਗਾ ਹੇਤ, ਕਿਉਂਕਿ ਉਹਨਾਂ ਦਾ ਹਿੱਤ, ਉਹਨਾਂ ਦਾ ਮੋਹ, ਉਹਨਾਂ ਦੀ ਪ੍ਰੀਤੀ ਕਿਸੇ ਦੂਜੇ ਥਾਂ ਤੇ ਲੱਗੀ ਆ। ਪਰਮੇਸ਼ਰ ਨੂੰ ਛੱਡ ਕੇ, ਗੁਰੂ ਸਾਹਿਬ ਨੂੰ ਛੱਡ ਕੇ ਕਿਸੇ ਦੂਜੇ ਥਾਂ ਤੇ ਸਾਧ ਸੰਗਤ ਜੀ ਕੋਈ ਸੀਸ ਨਵਾ ਰਿਹਾ, ਕਿਸੇ ਦੂਸਰੇ ਦੀ ਪੂਜਾ ਕਰ ਰਿਹਾ। ਇਸ ਕਰਕੇ ਨਰਕਾਂ ਨੂੰ ਜਾਣ ਦਾ ਕਾਰਨ ਬਣ ਗਿਆ ਜੀ। ਲਕਸ਼ਗਾਰ ਬਣਾਇਆ ਕਾਜ ਨਾਹੀ ਕੇਤ। ਇਹੋ ਜਿਹੇ ਲੋਕ ਸਾਧਨਾ ਦੇ ਲੱਖਾਂ ਸ਼ਿੰਗਾਰ ਵੀ ਸਾਧ ਸੰਗਤ ਜੀ ਕਰ ਲੈਣ ਤੇ ਇੱਕ ਵੀ ਕੰਮ ਨਹੀਂ ਆਵੇਗਾ, ਕਾਜ ਨਾਹੀ ਕੇਤ। ਜੇ ਪ੍ਰਮਾਤਮਾ ਦਾ ਨਾਮ ਜਪਣਾ ਆਪਾਂ ਛੱਡ ਦੇਈਏ ਨਾ, ਫਿਰ ਭਾਵੇਂ ਕੋਈ ਤੀਰਥਾਂ ਤੇ ਇਸ਼ਨਾਨ ਕਰੀ ਚੱਲੇ, ਕੋਈ ਸਾਧ ਸੰਗਤ ਜੀ ਸੂਰਜ ਗ੍ਰਹਿਣ ਵਾਲੇ ਦਿਨ ਭਾਵੇਂ ਕਪਲਾ ਗਊ ਦਾਨ ਕਰਦਾ ਫਿਰੇ, ਕੋਈ ਅਰਥ ਨਹੀਂ ਰਹਿ ਜਾਂਦਾ ਫਿਰ ਉਸ ਗੱਲ ਦਾ। ਸਤਿਗੁਰ ਪੂਰਾ ਛੱਡ ਕੇ 800 ਤੀਰਥ ਨਹਾਵਣ ਜਾਹੀ, ਬਗਲ ਸਮਾਧ ਲਗਾਇਆ ਕਿ ਭਾਈ ਗੁਰਦਾਸ ਜੀ ਕਹਿੰਦੇ ਬਗਲੇ ਵਾਲਾ ਹੀ ਕੰਮ ਹੈ। ਗੁਰੂ ਨੂੰ ਨਮਸਕਾਰ ਕਰੋਗੇ ਤਾਂ ਫਿਰ ਪੁੰਨ ਵੀ ਸਾਧ ਸੰਗਤ ਜੀ ਪ੍ਰਵਾਨ ਹੈ, ਦਾਨ ਵੀ ਪ੍ਰਵਾਨ ਹੈ, ਇਸ਼ਨਾਨ ਵੀ ਪ੍ਰਵਾਨ ਹੈ। ਪਰ ਪਹਿਲਾਂ ਮਹਾਰਾਜ ਸਾਹਿਬ ਜੀ ਨੂੰ ਮੰਨੋਗੇ ਤਾਂ। ਮਹਾਰਾਜ ਨੂੰ ਪਾਸੇ ਰੱਖ ਕੇ ਜੋ ਮਰਜ਼ੀ ਕਰੀ ਚੱਲੋ, ਫਿਰ ਨਹੀਂ ਕਹਿੰਦੇ, ਫਿਰ ਉਸ ਕੀਤਾ ਹੋਇਆ ਸਾਧਨ ਇੱਕ ਵੀ ਸਫਲਾ ਨਹੀਂ ਹੋਵੇਗਾ। ਇੱਕ ਦਿਨ ਦੇਹ ਦਿਨ ਸੁਸੀ, ਇੱਕ ਵੇਲਾ ਕਹਿਸਨ ਪ੍ਰੇਤ। ਜਿਸ ਦਿਨ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਣਗੇ, ਸਾਰੇ ਸਕੇ ਸੰਬੰਧੀ ਪ੍ਰੇਤ ਆਖਣ ਲੱਗ ਪੈਣਗੇ ਜੀ। ਪਕੜ ਚਲਾਏ ਦੂਤ ਜਾਵਾ, ਕਿਸੈ ਨ ਦੇਨੀ ਭੇਤ। ਕਹਿੰਦੇ ਨਬਜਾਂ ਫੜੀਆਂ ਰਹਿ ਜਾਂਦੀਆਂ ਵੈਦਾਂ ਦੀਆਂ, ਆਸਦੇ ਪਰਿਵਾਰ ਮੰਜੇ ਦੇ ਦਿਵਾਲੇ ਖਲੋਤਾ ਹੁੰਦਾ, ਜਾਮ ਲੈ ਜਾਂਦੇ ਤੇ ਭੇਤ ਨਹੀਂ ਦਿੰਦੇ ਲੈ ਕੇ ਕਿੱਥੇ ਚੱਲੇ। ਹੁਣ ਇਹਦਾ ਬਣੇਗਾ ਕੀ, ਕਹਿੰਦੇ ਦੱਸਦੇ ਨਹੀਂ। ਭੇਤ ਚੇਤ ਹਰ ਕਿਸੇ ਨਾਲ ਮਿਲਿਓ, ਜਾ ਜਮ ਪਕੜ ਚਲਾਇਆ। ਮਹਾਰਾਜ ਦੇ ਵਚਨ ਕਹਿੰਦੇ ਜਾਮ ਲੈ ਜਾਂਦੇ ਨੇ, ਕੋਲ ਖਲੋਤੇ ਪਰਿਵਾਰ ਤੋਂ ਲੈ ਜਾਂਦੇ ਨੇ, ਪਰ ਕਿਸੇ ਨੂੰ ਇਹ ਭੇਤ ਨਹੀਂ ਮਿਲਦਾ ਵੀ ਹੁਣ ਲੈ ਚੱਲੇ ਜੇ ਤੇ ਕਿੱਥੇ ਲੈ ਕੇ ਜਾਵਾਂਗੇ। ਇਹ ਭੇਤ ਕਿਸੇ ਜਾਮ ਨਹੀਂ ਕਿਸੇ ਨੂੰ ਦਿੰਦੇ ਕਦੇ ਜੀ। ਅੱਡ ਖੜੋਤੇ ਖੜਾ ਬਾਹੇ, ਜਿਨ ਸਿਉ ਲੱਗਾ ਹੇਤ। ਸਾਰੀ ਉਮਰ ਜਿਨ੍ਹਾਂ ਨਾਲ ਮੋਹ ਕਰਦਾ ਰਿਹਾ, ਕਹਿੰਦੇ ਇੱਕ ਖੇਨ ਵਿੱਚ ਛੱਡ ਕੇ ਸਾਧ ਸੰਗਤ ਜੀ ਪਰੇ ਹੋ ਜਾਂਦੇ। ਨਬਜ ਬੰਦ ਹੋ ਗਈ ਤੇ ਕਹਿੰਦੇ ਲਓ ਜੀ ਬਸ ਹੁਣ ਆਪਣਾ ਨਹੀਂ ਰਹਿ ਗਿਆ। ਪਹਿਲਾਂ ਤਾਂ ਆਵਾਜ਼ ਜਿਹਾ ਹੁੰਦਾ ਸੀ, ਤੀਲਾ ਜਿਹਾ ਤੋੜ ਕੇ ਆਖਣਾ ਜਤਰ ਆਇਆ ਤਤਰ ਗਸ਼ਤੀ, ਜਿੱਧਰੋਂ ਆਇਆ ਤਾਂ ਉਧਰੇ ਚਲੇ ਜਾਈ। ਹੁਣ ਤਾਂ ਚਲੋ ਥੋੜੀ ਜਾਗਰਤੀ ਆ ਗਈ ਨਾ। ਪਹਿਲੇ ਫੁੱਲ ਲੈ ਕੇ ਜਾਣੇ, ਲੋਕੀ ਹਰਿਦੁਆਰ ਜਾਂਦੇ ਸੀ ਫੁੱਲ ਲੈ ਕੇ, ਤੇ ਉਹ ਕੁਝਾ ਜਿਹਾ ਨਾਲ ਚੁੱਕ ਲੈਣਾ ਤੇ ਇੱਕ ਟਿਕਟ ਉਹਦੀ ਰਹਿਣੀ।
एक अपनी लैनी, एक वो आखना बापू की भी टिकट लै लो, कि वापसी ना आ जाता हो। तो फिर नाल घरों तुर लगना, तो सियाणियां माइयां ने पिछों आवाज मारनी जान लगे, घरों निकलना तो आखना आ बापू चलिए। बापू चढ़ाई कर गया, कुजे च पाया बेचारा, तो फिर भी आखी जाते कि बापू दोबारा ना दिस पे। अपने बापू सका तो उन्होंने कहते नहीं छड़ के आना हरिद्वार, तो टिकट भी लै लो, ये ना हो मतलब टीटी पै जाए तो बापू डरदा घर में आ जाए, तो तू तो चल जाने हरिद्वार, तो बापू की टिकट ना हो तो आखे मैं तो घर ही जाना, जरूर फड़िया जाना। इतने एक टिकट लेंदे कुजे की, एक मुठ वो स्वाद ही होती सिर्फ। सच है जेडे मेरी उम्र दे उन्होंने सारे पता। घरों निकल गया आवाज मारी आ जा चलिए बापू, तो फिर हरिद्वार जाके आखना हूँ ना आई वापस। अभी कहते पिछा मुड़ के ना देखें है ना, फिर मोह करता जाता कि बापू मगरी ना आ जाए। कोई नहीं जो साध संगत जी कहते जिन्होंने हित करता ना सारी उम्र एक खिन च पराए हो गए, एक खिन च हकीकत है। पंजे पातशाह जी कृपा करते हैं। आत्म रोड़ा तन कपे स्याह हुआ सेत। कहते जो चिट्टा रहा था पाउडर ला ला के चिट्टा रखता सी शरीर में, क्रीमा ला ला के पसीना नहीं सी आउण दिंदा, कालख नहीं सी लगन दिंदा। जदों सूखम शरीर में कढ़ दे ना कट के सुथूल शरीर चों स्वाह वर्गा हो जाता उस वेले। स्याह हुआ सेत, सेत हुंदा चिट्टा सफेद, कहते काला हो जाता उस वेले, रंग बदल जाता ना। ये भी अर्थ किए ने विद्वाना ने भी जदों मन के किनारे आता ना तो फिर हथ मरोड़दा, कहता बड़ी जान होंदी सी इन्हां हत्थां च, क्विंटल की बोरी मैं कल्ला ही मोढे ते रख लैंदा सा, हुण तां पानी वाला गिलास नहीं फड़िया जाता। हथ मरोड़ा तन कपे, क्योंकि सिर कंबल लग पैंदा ना, आपे ही सिर ऐ वाइब्रेशन ते लगा रहिंदा, इदां करी जाता किन्ना चਿਰ। गिलास पानी का साध संगत जी फड़िया हो तो अद्धा की मूँह तक जाता, इंज इंज करद्या 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 अद्धा तो दुध की लस्सी उत्थे बन जाती। मरोड़ा तन कपे, ये अवस्था आ जाती बंदे ते, हथ कुंडल कुंडल मुड़ जाते हैं, हथ के शरीर कंबन लग पैंदा। चिट्टा रंग सी ना जेड़ा काला हो जाता स्वाह वर्गा। पंजवें पातशाह जी कहते हैं जी बीज सोलना कर्मा संदड़ा खेत। जिहो जिहा बीजेगा साध संगत जी कटना ही पवेगा, क्योंकि कर्मां की खेती, इस करके विचार के कर्म करने चाहिए ने, विचार के करने चाहिए। जे आप साध संगत जी किसी का हक मारांगे, आप किसी की जेब कटांगे, तो फिर उसका लेखा तो देना ही पवेगा ना। जैसा बीजे तैसा खासा, जो बीजा वो तो कटना ही पवेगा ना। जिहा बीजे जैसा बीजे तेहा लुणे, लुणे का अर्थ कटना, जो बीज बीजा कटना तो आपको पैना, क्योंकि कर्मां की खेती, इस करके विचार के कर्म करनी। महाराज जी ने आख्या गुरमुखो नानक प्रभ शरणागति चरण बोहित प्रभ देत। हाँ जेडे महाराज जी की शरण में आ जाएंगे ना, नानक प्रभ शरणागति शरण आगति, जेडे शरण में आ जाते हैं महाराज की परमेश्वर की, उन्होंने गुरु साहब जी चरण बोहित प्रभ देत। बोहित होंदा जहाज, कहते अपने चरणों के जहाज से नाम के जहाज से चढ़ के पार कर देंगे संसार समुद्र। जेडे महाराज जी की शरण में आ जाएंगे से भादोय नरक ना पाईया गुर रखण वाला हेत। महाराज जी पौड़ी की समाप्ति करते कहते हैं भादों में वो नहीं नरकों में पैणगे जेडे गुरु का पल्ला फड़ लेंगे। क्यों? क्योंकि गुर रखण वाला हेत, महाराज रखण वाले ना, रखवाला हो सही होएगा खसम तो लेगा राज। महाराज तो मान कर सकता से, महाराज का पल्ला फड़िया हो ना, मान भाई तिरकू ने किया सी ना, उन्होंने हमेशा ने आख्या भी मैं तेन 6 महीने का स्वर्ग देना अपनी कमाई चों, एक बार मेरे दर्शन कर लगा मैं मत्थे ही लगना तेरे। तो उन्हें कहा क्यों? फ्री च मिलता तेन 6 महीने का वीजा मिल रहा तेन स्वर्ग का सीधा 6 महीने का काम कमाई मैं की है, फ्री च तेन स्वर्ग। वो कहता चाहिए ही नहीं मैनू तेरा देता स्वर्ग, क्यों नहीं चाहिए? वो कहते क्या नरक क्या स्वर्ग बेचारा संतन दो राधे, हम काहू की कान ना करते अपने गुर प्रसादे। मेरा गुरु मैनू जिथे रखेगा मेरे लिए वही स्वर्ग है, तेरा देता स्वर्ग मैनू कभी नहीं चाहिए। मैं क्योंकि पंजवें पातशाह का सिख है तो मैनू मान है उन्होंने, जिथे रखणगे अपने चरणों च रखणगे, क्यों तेरे दिते स्वर्ग का लालच मैं करा। फिर वो मन डिग पिया सी, कहने लगा चल फिर मेरे दर्शन कर, गुंडा खोल मैं तेरे दर्शन कर लेना भरावा। गुर रखण वाला है, जिन्होंने गुरु साध संगत जी रखण वाला, वो फिर कोई की बिगाड़ सकता। ये महाराज पंजवें पातशाह जी ने साध संगत की कृपा की है। सतगुरु जी रहमत कर, महाराज साहब जी का उपदेश अपने सारे हृदय में वसे। नितनेम करके महाराज की बाणी पढ़ के बिना किसी किंतु परंतु तो गुरु साहब जी के चरण परस के आप अपने जन्म में सफला करिए जी। विचार करने हुई भुलों चुका दी आप सारी संगत ने क्षमा बख्श देनी। लेखा कते ने छूटी गए खन भूलणहार बख्शणहार बख्शला नानक पार उतार। 2 पंक्तियां का गुरमुखा तो पार सरवण करिए फिर फतेह बुलाइए जी। नानक प्रभ शरणागति चरण बोहित प्रभ देत,
ਸੇ ਭਾਦੋਏ ਨਰਕ ਨਾ ਪਾਈਆ ਗੁਰ ਰਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।